पंकज वंदन पाद पंकज वंदन सिमरो अंगद दुख कंदन अमरदास गुर हृदय त्यावो हृदय त्यावो श्री गुरु रामदास गुण गावो श्री अर्जन बिगन के नासक बिगन के नासक हर गोबिंद शुभ सुमति प्रकाश श्री हर राय नमो कर जोरी नमो कर जोरी श्री हर कृष्ण मनाय बहोरी सेवक बहादुर परम कृपाला परम कृपाला श्री गुरु गोविंद सिंह विशाला तरो तरा पर पुन पुन सीसा पुन पुन सीसा बंदो बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदो दो कर अनुराग श्री गुरु शब्द कमाए जिन जिते पंच विकार तिन संतन को बंदना सिर चरणन पर तार गोचर शास्त्र खट पिंग गिरन चढ़ जाए आंध लख बदरो सुने जो काल कृपा कराए मैं मूर्ख की केतक बात कोट पराधी तरयारे गुरु नानक जी सुनिया पेखिया से फिर बास न भरिया रे एक ओंकारा सतगुरु ते प्रसाद सच होए वाहेगुरु जी की फतेह बिघन विनाशन सोए वाहेगुरु जी की फतेह बिघन विनाशन सोए मोहर सुभाव है सतगुरु सुमत सबन को दैन त्यागन कुमत विकार को श्री मुख उचरे बैन मोहर सुभाव है सतगुरु वाहेगुरु जी का खालसा वाहेगुरु जी की फतेह सतगुਰਾਂ ਦੀ ਸਾਜੀ ਨਿਵਾਜੀ ਪਰਮ ਪੂਜ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬੜ ਭਾਗੀ ਹੋ ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਫਤਿਹ ਪਾਵਨ ਚਵਰ ਤੱਕ ਦੇ ਮਾਲਕ ਪ੍ਰਤੱਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਆਪ ਜੀ ਕਈ ਰੋਜ਼ ਤੋਂ ਗੁਰ ਇਤਿਹਾਸ ਤੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਦੀ ਪਾਠ ਬੋਧ ਤੇ ਅਰਥ ਬੋਧ ਬੜੇ ਪ੍ਰੇਮ ਦੇ ਸਤਿਕਾਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਸੀ। ਅੱਜ ਸੱਚੇ ਪਾਤਸ਼ਾਹ ਨੇ ਬੜੀ ਰਹਿਮਤ ਕੀਤੀ ਹੈ
ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕਰਕੇ ਪੰਜ ਪਿਆਰਿਆਂ ਰਾਹੀਂ ਸਾਨੂੰ ਅੰਮ੍ਰਿਤ ਦੀ ਗੁੜਤੀ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਸਾਡੇ ਜੀਵਨ ਦੇ ਭਲੇ ਦੇ ਵਾਸਤੇ। ਪੀਵੋ ਪਹਲ ਖੰਡ ਧਾਰ ਹੋਏ ਜਨਮ ਸੁਹੇਲਾ। ਅੱਜ ਉਹਨਾਂ ਪ੍ਰਾਣੀਆਂ ਨੇ, ਉਹਨਾਂ ਗੁਰਸਿੱਖਾਂ ਨੇ, ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਉਹਨਾਂ ਨੂੰ ਭਾਈ ਬਹੁਤ ਬਹੁਤ ਵਧਾਈ ਹੋਵੇ। ਸੱਚੇ ਪਾਤਸ਼ਾਹ ਨੇ ਗੁਰਸਿੱਖੀ ਜੀਵਨ ਬਖਸ਼ਿਆ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਜੀ ਨੇ ਸਾਨੂੰ ਸਿੱਖੀ ਜੀਵਨ ਦਾਨ ਦਿੱਤਾ ਹੈ। ਹੁਣ ਇਸ ਵਿੱਚ ਪ੍ਰਵਕਤਾ ਵਿੱਚ ਰਹਿਣਾ ਹੈ। ਉਹਨਾਂ ਨੇ ਪੰਜ ਪਿਆਰਿਆਂ ਰਾਹੀਂ ਜੋ ਮਰਿਆਦਾ ਦੱਸਦੇ ਨੇ ਉਹ ਵੀ ਦ੍ਰਿੜ ਕੀਤੀ ਹੈ ਤੇ ਮਰਿਆਦਾ ਸੱਚੇ ਪਾਤਸ਼ਾਹ ਜੀ ਨੇ ਆਪ ਚਲਾਣਾ ਕੀਤੀ ਹੈ। ਤੇ ਸੱਚੇ ਪਾਤਸ਼ਾਹ ਨੇ ਆਪਣੇ ਬਚਨ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਦੱਸ ਕਰਕੇ ਤੇ ਸਭਾ ਦੇ ਅੰਦਰ ਮਹਾਰਾਜ ਜੀ ਗੁਰਸਿੱਖਾਂ ਨੂੰ ਸ਼ੁਭ ਸਿੱਖਿਆ ਦੇਣ ਵਾਸਤੇ ਇਹ ਜਿਹੜਾ ਸਾਧ ਸੰਗਤ ਜੀ ਅੱਜ ਦਾ ਪ੍ਰਸੰਗ ਹੈ, ਇਹ ਗੁਰਸਿੱਖ ਦੀ ਮਰਿਆਦਾ ਹੈ। ਕਈਆਂ ਦੇ ਮਨਾਂ ਦੇ ਵਿੱਚ ਹੁੰਦੀ ਹੈ ਨਾ ਜੀ, ਹਰ ਇੱਕ ਨੇ ਆਪਣੀ ਮਰਿਆਦਾ ਤੋੜ ਲਈ। ਨਹੀਂ ਭਾਈ, ਜਿਹੜੇ ਕਹਿੰਦੇ ਨੇ ਉਹਨਾਂ ਨੂੰ ਮਰਿਆਦਾ ਬਾਰੇ ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥੀਂ ਆਪ ਤੋਰੀ ਹੈ ਮਰਿਆਦਾ। ਇਸ ਮਰਿਆਦਾ ਨੂੰ ਤਾਂ ਸਾਂਭਣ ਲਈ ਤੇ ਗੁਰਸਿੱਖਾਂ ਦੇ ਅੰਦਰ, ਸੰਪਰਦਾਇਆਂ ਦੇ ਅੰਦਰ ਸੀਨੇ ਤੇ ਪਸੀਨੇ ਚੱਲੀ ਆ ਰਹੀ ਹੈ। ਇਸ ਮਰਿਆਦਾ ਨੂੰ ਦ੍ਰਿੜ ਕਰਾਇਆ ਹੈ। ਤੇ ਸਾਧ ਸੰਗਤ ਜੀ, ਸੰਤ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਉਹ ਲਿਖਤੀ ਰੂਪ ਦੇ ਵਿੱਚ ਵੀ ਮਰਿਆਦਾ ਦੱਸੀ ਹੈ, ਜਿਹੜੀ ਸਾਡੇ ਜੀਵਨ ਦੇ ਅੰਦਰ ਪੰਜ ਸੰਸਕਾਰ ਆਉਂਦੇ ਨੇ, ਉਹਨਾਂ ਦੀ ਮਰਿਆਦਾ, ਉਹਨਾਂ ਦੇ ਜੋ ਰੋਹ ਰੀਤੀ ਹੈ ਗੁਰਸਿੱਖ ਦੀ, ਤੇ ਉਹ ਸਾਰੇ ਲਿਖਤੀ ਰੂਪ ਦੇ ਵਿੱਚ ਵੀ ਲਿਖੀ ਹੋਈ ਹੈ। ਉਸ ਮਰਿਆਦਾ ਨੂੰ ਤੇ ਸਾਧ ਸੰਗਤ ਜੀ ਸੁਣ ਕਰਕੇ ਗੁਰਸਿੱਖ ਪ੍ਰਵਕਤਾ ਦੇ ਵਿੱਚ ਲਿਆਂਦੇ ਨੇ, ਆਪਣੇ ਅਮਲੀ ਜੀਵਨ ਦੇ ਵਿੱਚ ਲਿਆਂਦੇ ਨੇ। ਪਰ ਸੱਚੇ ਪਾਤਸ਼ਾਹ ਰਹਿਮਤ ਕਰ ਰਹੇ ਨੇ। ਅੱਜ ਅੰਮ੍ਰਿਤ ਛਕ ਕਰਕੇ, ਅੰਮ੍ਰਿਤ ਦੇ ਅਭਿਲਾਖੀ ਹੋ ਕਰਕੇ ਉਹਨਾਂ ਨੇ ਅੰਮ੍ਰਿਤ ਨੂੰ ਛਕਿਆ ਹੈ। ਤੇ ਸਾਧ ਸੰਗਤ ਜੀ, ਸਤਿਗੁਰ ਬਚਨ ਤੇ ਸਾਧ ਸੰਗਤ ਜੀ, ਸਤਿਗੁਰ ਕੇ ਜਨਮੈ ਗਵਨ ਮਟਾਇਆ। ਜਿਹੜੇ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਪਹਿਰਾ ਦਿੰਦੇ ਨੇ ਨਾ, ਉਹ ਰਹਿਣੀ ਬਹਿਣੀ ਵਿੱਚ ਪ੍ਰਵੱਕ ਰਹਿੰਦੇ ਨੇ ਤੇ ਉਹਨਾਂ ਦਾ ਤਾਂ ਜਨਮ ਤੇ ਮਰਨ ਵੀ ਘਟ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਰਹਿਮਤ ਕਰ ਰਹੇ ਨੇ। ਐਸਾ ਪ੍ਰਸੰਗ ਸੱਚੇ ਪਾਤਸ਼ਾਹ ਸਾਨੂੰ ਬਖਸ਼ ਰਹੇ ਨੇ। ਔਰ ਮਰਿਆਦਾ ਦੇ ਅਨੁਸਾਰ ਸਾਡਾ ਜੀਵਨ ਕੈਸਾ ਹੋਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ, ਪ੍ਰੇਮ ਦੇ ਨਾਲ ਸਰਵਣ ਕਰੀਏ, ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਤੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੋਹਰ ਸੁਭਾਗ ਹੈ ਸਤਿਗੁਰੂ। ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਜਦੋਂ ਬਹੁਤ ਗੁਰਸਿੱਖ ਬੈਠੇ ਪਰੇ ਦੀਵਾਨ ਦੇ ਵਿੱਚ, ਸਤਿਗੁਰੂ ਮਹਾਰਾਜ ਜੀ ਸੁਮਤ ਸਭਨ ਕਉ ਦੇਨ, ਆਪਣੇ ਗੁਰਸਿੱਖਾਂ ਨੂੰ ਸਮਤ ਦੇਣ ਵਾਸਤੇ, ਸ਼ੁਭ ਸਿੱਖਿਆ ਦੇਣ ਵਾਸਤੇ ਤਿਆਗਨ ਕੁਮਤ ਵਿਕਾਰ ਕੋ। ਤੇ ਸਾਧ ਸੰਗਤ ਜੀ, ਕੀ ਛੱਡਣਾ ਹੈ, ਕੀ ਗ੍ਰਹਿਣ ਕਰਨਾ ਹੈ। ਤੇ ਮਹਾਰਾਜ ਦੱਸਦੇ ਨੇ ਤਿਆਗਨ ਕੁਮਤ ਵਿਕਾਰ ਕੋ। ਜਿਹੜੀ ਖੋਟੀ ਮੱਤ ਹਨ, ਵਿਕਾਰਾਂ ਵਾਲੀ ਵਿਸ਼ਈ ਬੁੱਧੀ ਹੈ, ਇਹਦਾ ਤਿਆਗ ਕਰਨ ਵਾਸਤੇ ਮੁਖ ਉਚਰੇ ਬੈਨ,
ਸੱਚੇ ਪਾਤਸ਼ਾਹ ਜੀ ਨੇ ਆਪਣੇ ਸੁਹਾਇਮਾਨ ਕੰਠ ਤੋਂ ਇਹ ਬਚਨ ਮਹਾਰਾਜ ਜੀ ਕਰ ਰਹੇ ਨੇ। ਸੁਣ ਗੁਰ ਸਿੱਖੋ ਸ਼ੁਭ ਉਪਦੇਸ਼ੋ। ਤੇ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਮੇਰੇ ਪਿਆਰਿਓ, ਮੇਰੇ ਸਾਧ ਸੰਗਤ ਜੀ ਮਹਾਰਾਜ ਬੜੇ ਪ੍ਰੇਮ ਦੇ ਭਿੱਜ ਕਰਕੇ ਇਹ ਬਚਨ ਕਰ ਰਹੇ ਨੇ। ਮਹਾਰਾਜ ਕਹਿੰਦੇ, ਗੁਰਸਿੱਖ ਸੁਣਨਾ ਕਰੋ ਇਹ ਸ਼ੁਭ ਉਪਦੇਸ਼। ਕਰਹਿ ਕਮਾਵੈ ਤਜੈ ਕਲੇਸ਼ੂ। ਜਿਹੜਾ ਇਸ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਮਲੀ ਰੂਪ ਦੇ ਵਿੱਚ ਕਮਾਵੇਗਾ ਤੇ ਉਹਦੇ ਕਲੇਸ਼ ਸਾਰੇ ਦੂਰ ਹੋ ਜਾਣਗੇ। ਹੁਣ ਕਹਿੰਦੇ ਆ ਨਾ ਜੀ, ਸਾਡੇ ਜੇ ਦੁੱਖ ਬੜੇ ਆਏ ਨੇ, ਮਹਾਰਾਜ ਕਹਿੰਦੇ ਮਰਿਆਦਾ ਵਿੱਚ ਰਿਹਾ ਕਰ, ਤੇਰਾ ਜੀਵਨ ਅਮਲ ਰੂਪ ਦੇ ਵਿੱਚ ਸੁਖਦਾਈ ਹੋ ਜਾਏਗਾ। ਜਦ ਤੂੰ ਇਸ ਕਲੇਸ਼ ਨੂੰ, ਉਹ ਤੇਰੇ ਕਲੇਸ਼ ਤੇਰੇ ਕੋਲੋਂ ਭੱਜ ਜਾਣਗੇ। ਲਖੋ ਮੁਕਤ ਨਾਮਾ ਇਸ ਨਾਮ। ਤੇ ਇਹ ਜਿਹੜਾ ਬਚਨ ਹੈ ਨਾ, ਬਚਨ ਤੇ ਇਸ ਦਾ ਨਾਮ ਮੁਕਤਨਾਮਾ ਹੈ। ਜਿਹੜਾ ਇਸ ਮੁਕਤਨਾਮੇ ਦੇ ਅੰਦਰ ਬਚਨ ਸੁਣਦਾ ਹੈ ਤਾਂ ਉਹ ਤੇ ਸਾਧ ਸੰਗਤ ਜੀ ਕੇਵਲ ਮੁਕਤੀ ਇਹਨੂੰ ਪ੍ਰਾਪਤ ਹੋ ਜਾਂਦੀ ਹੈ। ਭਾਵੇਂ 4 ਤਰ੍ਹਾਂ ਦੀ ਮੁਕਤੀ ਹੈ, ਸਭ ਤੋਂ ਉੱਤਮ ਮੁਕਤੀ ਕੇਵਲ ਮੁਕਤੀ ਹੈ। ਤੇ ਜਿਹੜਾ ਮਹਾਰਾਜ ਦੇ ਬਚਨਾਂ ਨੂੰ ਕਮਾਉਂਦਾ ਹੈ, ਜਿਸ ਕੇ ਘਰ ਤਿਲ ਹੈ ਗੁਰਧਾਮ। ਤੇ ਜਿਸ ਜੀਵਨ ਦੇ ਵਿੱਚ ਕਮਾਣ ਕਰਕੇ ਗੁਰਧਾਮ ਕਹਿੰਦੇ ਨੇ ਸੱਚਖੰਡ ਨੂੰ, ਜਿਹਦਾ ਸੱਚਖੰਡ ਵਿੱਚ ਵਾਸਾ ਹੋ ਜਾਂਦਾ ਹੈ। ਸਿੱਖ ਹੋਏ ਕਿਸ ਕਰਜ ਨਾ ਦੇਵੈ। ਮਹਾਰਾਜ ਕਹਿੰਦੇ ਸਿੱਖ ਹੋ ਗਿਆ। ਮਹਾਰਾਜ ਬਚਨ ਸ਼ੁਰੂ ਕਰਨ ਲੱਗੇ, ਦੱਸਦੇ ਨੇ ਮਹਾਰਾਜ ਕਹਿੰਦੇ ਸਿੱਖ ਹੋ ਕਰਕੇ ਬਹੁਤਾ ਕਰਜ਼ਾ ਨਾ ਲਵੇ। ਜੇ ਕਰ ਲੈ ਭਾਵ ਕਰ ਦੇਵੈ। ਜੇ ਕਰਜ਼ਾ ਲੈ ਲਵੇ ਨਾ ਤੇ ਉਹਨੂੰ ਪ੍ਰੇਮ ਦੇ ਨਾਲ ਦੇਣਾ ਕਰੇ। ਸੁਣੇ ਨਾ ਝੂਠ ਨਾ ਮੁਖ ਤੇ ਕਹੈ। ਤੇ ਨਾ ਗੁਰਸਿੱਖ ਨੇ ਝੂਠ ਸੁਣਨਾ ਹੈ ਤੇ ਨਾ ਹੀ ਮੁਖ ਤੋਂ ਬੋਲਣਾ ਹੈ। ਨਾ ਝੂਠ ਗੱਲ ਕਿਹਦੀ ਸੁਣਨੀ ਹੈ, ਨਾ ਆਪਣੇ ਮੁਖ ਤੋਂ ਉਚਾਰਨ ਕਰਨਾ ਹੈ। ਸੰਗ ਝੂਠ ਕੇ ਪ੍ਰੀਤ ਨਗ ਹੈ। ਝੂਠ ਦੇ ਨਾਲ ਜਰਾ ਮਾਤਰ ਵੀ ਪ੍ਰੀਤ ਨਹੀਂ ਕਰਨੀ, ਜਰਾ ਮਾਤਰ ਵੀ ਪ੍ਰੇਮ ਨਹੀਂ ਕਰਨਾ। ਸਤ ਸੰਗੀ ਹੋਏ ਸਾਚ ਕਮਾਵੈ। ਹਮੇਸ਼ਾ ਸਤ ਸੰਗਤ ਦੇ ਵਿੱਚ ਰਹਿਣਾ ਹੈ। ਸਤ ਸੰਗਤ ਦੇ ਵਿੱਚ ਰਹਿ ਕਰਕੇ ਆਪਣੇ ਜੀਵਨ ਨੂੰ ਸੁਧਾਰਨਾ ਹੈ। ਸਦਾ ਸਤ ਸੰਗਤ ਹੀ ਰਹਿਣਾ ਹੈ। ਤੇ ਸਾਧ ਸੰਗਤ ਜੀ, ਸਤ ਸੰਗਤ ਦਾ ਬਹੁਤ ਲਾਭ ਹੈ। ਹੁਣ ਦੇਖੀਦਾ ਨਗਰਾਂ ਵਿੱਚ ਜਾ ਕਰਕੇ ਸਤ ਸੰਗਤ ਦਾ ਬਿਲਕੁਲ ਨਹੀਂ ਚਾਹ ਰਿਹਾ। ਜਿਹੜੇ ਬਜ਼ੁਰਗ ਨੇ, ਪੁਰਾਤਨ ਜਿਨ੍ਹਾਂ ਨੂੰ ਪਤਾ ਹੈ, ਉਹੀ ਆਉਂਦੇ ਨੇ ਗੁਰੂ ਘਰ ਵਿੱਚ ਚੱਲ ਕਰਕੇ। ਜਿਹੜੇ ਨਵੀਨ ਸਾਡੇ ਬੱਚੇ ਨੇ ਤੇ ਉਹਨਾਂ ਨੂੰ ਸਤ ਸੰਗਤ ਦਾ ਪਤਾ ਹੀ ਨਹੀਂ ਹੈ। ਕਿਉਂਕਿ ਸਾਧ ਸੰਗਤ ਜੀ ਸਾਡੇ ਗੁਰੂ ਘਰਾਂ ਦੇ ਵਿੱਚ ਸਤ ਸੰਗਤ ਹੋਣੀ, ਕਿਉਂਕਿ ਕੋਈ ਸਮਾਂ ਹੁੰਦਾ ਹੈ, ਕਈ ਐਸੇ ਨਗਰ ਨੇ ਜਿਨ੍ਹਾਂ ਵਿੱਚ ਬਿਲਕੁਲ ਨਹੀਂ ਹੁੰਦੀ। ਤੇ ਸਾਧ ਸੰਗਤ ਜੀ ਪਾਠੀ ਸਿੰਘ ਪਾਠ ਕਰਦੇ ਨੇ ਤੇ ਨਾ ਕੀਰਤਨ ਹੁੰਦਾ, ਨਾ ਕਥਾ ਹੁੰਦੀ ਹੈ, ਨਾ ਸਤ ਸੰਗਤ ਹੁੰਦੀ ਹੈ। ਜੇ ਕਿਸੇ ਨਗਰ ਦੇ ਵਿੱਚ ਸਤ ਸੰਗਤ ਹੋਵੇ ਤੇ ਉੱਥੇ ਸਾਧ ਸੰਗਤ ਜੀ ਗੁਰਸਿੱਖੀ ਵੱਧਦੀ ਹੈ। ਤੇ ਆਪ ਜੀ ਦੇ ਨਗਰ ਦਾ ਬੜਭਾਗੀ ਹੈ, ਸਾਧ ਸੰਗਤ ਜੀ ਸੰਗਤ ਹੁੰਦੀ ਹੀ ਰਹਿੰਦੀ ਹੈ। ਜੇ ਨਹੀਂ ਤਾਂ ਸਾਧ ਸੰਗਤ ਜੀ ਸਾਲ 6 ਮਹੀਨੇ ਬਾਅਦ ਤਾਂ ਕਰਾਣੀ ਹੀ ਚਾਹੀਦੀ ਹੈ ਨਾ। ਕੁਝ ਸਮੇਂ ਵਾਸਤੇ 10-15 ਜਾਂ ਮਹੀਨੇ ਵਾਸਤੇ ਮਹਾਂਪੁਰਖ ਸਾਧ ਸੰਗਤ ਜੀ ਜਿੱਥੇ ਵੀ ਜਾਂਦੇ ਸੀ, ਮਹੀਨਾ ਇੱਕ ਨਗਰ ਦੇ ਵਿੱਚ ਲਾਉਂਦੇ ਸੀ। ਸਤ ਸੰਗਤ ਹੁੰਦੀ ਹੀ ਰਹਿੰਦੀ ਸੀ, ਕਿਉਂਕਿ ਇਹ ਗੁਰਸਿੱਖ ਦਾ ਨਿਯਮ ਹੈ ਵੀ ਹਰ ਰੋਜ਼ ਸੰਗਤ ਵਿੱਚ ਜਾਣਾ ਹੈ, ਸੰਗਤ ਕਰਨੀ ਹੀ ਕਰਨੀ ਹੈ। ਦੇਖੋ ਆਪਾਂ ਅੰਮ੍ਰਿਤ ਛਕਦੇ ਹਾਂ, ਹੁਣ ਜਦੋਂ ਅੰਮ੍ਰਿਤ ਤਾਂ ਛਕ ਲੈਂਦੇ ਹਾਂ, ਸਤ ਸੰਗਤ ਨਹੀਂ ਕਰਦੇ। ਫਿਰ ਦੁਨਿਆਵੀ ਧੰਦਿਆਂ ਦੇ, ਦੁਨਿਆਵੀ ਖਿਆਲਾਂ ਦੇ ਵਿੱਚ ਸਾਡਾ ਮਨ ਪਰਚ ਹੋ ਜਾਂਦਾ ਹੈ। ਜਦੋਂ ਲੱਗ ਗਿਆ
ਤੇ ਸਾਧ ਸੰਗਤ ਜੀ ਫਿਰ ਹੌਲੀ ਹੌਲੀ ਸੰਗਤ ਤੋਂ ਟੁੱਟ ਕਰਕੇ ਤੇ ਮਨ ਫਿਰ ਸੰਸਾਰੀ ਵਿਵਹਾਰਾਂ ਦੇ ਵਿੱਚ ਲੱਗ ਕਰਕੇ ਮਨ ਵਿਸ਼ੇਈ ਬਣ ਜਾਂਦਾ ਹੈ। ਮਨ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਜਿਹੜਾ ਸੰਗਤ ਕਰਦਾ ਨਾ ਤੇ ਸਾਸੀ ਸੰਗਤ ਦਾ ਰੰਗ ਬਹੁਤ ਗੂੜਾ ਹੁੰਦਾ ਹੈ। ਜਿਸ ਤਰ੍ਹਾਂ ਫਸਲ ਨੂੰ ਪਾਣੀ ਲੱਗਦਾ ਰਹੇ ਤੇ ਮਨ ਹਰਿਆ ਭਰਿਆ ਰਹਿੰਦਾ ਹੈ, ਇਸੇ ਤਰ੍ਹਾਂ ਜਿਹੜਾ ਹਰ ਰੋਜ਼ ਸੰਗਤ ਕਰਦਾ ਹੈ ਨਾ ਤੇ ਸਾਧ ਸੰਗਤ ਜੀ ਉਹ ਸਿੱਖੀ ਤੋਂ ਕਦੀ ਟੁੱਟਦਾ ਨਹੀਂ ਹੈ, ਉਹ ਮਰਿਆਦਾ ਤੋਂ ਕਦੀ ਟੁੱਟਦਾ ਨਹੀਂ ਹੈ, ਉਹਦੇ ਅੰਦਰ ਮਰਿਆਦਾ ਦ੍ਰਿੜ ਰਹਿੰਦੀ ਹੈ। ਸੰਗ ਸਾਚ ਕੇ ਪ੍ਰੀਤ ਵਧਾਵੇ। ਇਸ ਕਰਕੇ ਸਤ ਸੰਗਤ ਕਰਨੀ ਹੈ, ਸਦਾ ਹੀ ਸੱਚ ਦੇ ਨਾਲ ਪ੍ਰੀਤੀ ਵਧਾਣੀ ਹੈ, ਸਦਾ ਹੀ ਸਾਚੀ ਬੋਲਣਾ ਹੈ। ਸੱਚ ਉਰਤ ਰਹਿ ਮਰਜ਼ਾਦਾ ਸਾਚੀ। ਤੇ ਫਿਰ ਸੱਚ ਹਿਰਦੇ ਦੇ ਅੰਦਰ ਧਾਰ ਕਰਕੇ ਰੱਖੇ ਤੇ ਸਦਾ ਹੀ ਮਰਿਆਦਾ ਦੇ ਵਿੱਚ ਆਪਣਾ ਜੀਵਨ, ਕਿਉਂਕਿ ਇਹੀ ਮਰਿਆਦਾ ਸੱਚ ਦੀ ਹੈ। ਛਲ ਬਿਨ ਹੋਵੇ ਸਾਚ ਉਬਾਚੀ। ਤੇ ਛਲ ਨਹੀਂ ਹੋਣਾ ਚਾਹੀਦਾ, ਝੂਠ ਫਰੇਵਾ ਬੋਲ ਕਰਕੇ ਇੱਕ ਦੂਜੇ ਦਾ ਕੰਮ ਨਹੀਂ ਵਿਗਾੜਨਾ, ਜਾਂ ਸਮਝੀ ਆਪਣੇ ਮਤਲਬ ਵਾਸਤੇ ਦੂਜੇ ਦਾ ਨੁਕਸਾਨ ਨਹੀਂ ਕਰਨਾ। ਇਸ ਕਰਕੇ ਹਮੇਸ਼ਾ ਸੱਚ ਹੀ ਬੋਲਣਾ ਹੈ। ਸੱਚ ਕੇ ਸੰਗ ਜੀਵਕਾ ਜੋਈ। ਤੇ ਸੱਚ ਬੋਲ ਕਰਕੇ ਹੀ ਆਪਣੀ ਰੋਜੀ ਰੋਟੀ ਕਮਾਣੀ ਹੈ। ਕਿਉਂਕਿ ਕਈ ਕਹਿੰਦੇ ਨੇ ਸਾਡਾ ਜੀ ਧੰਦਾ ਝੂਠ ਬੋਲੇ ਬਗੈਰ ਸਰਦਾ ਹੀ ਨਹੀਂ ਹੈ। ਨਹੀਂ ਭਾਈ, ਸਦਾ ਸੱਚ ਬੋਲ ਕਰਕੇ ਆਪਣੀ ਰੋਜੀ ਉਪਜੀਵਕਾ ਕਮਾਣੀ ਹੈ। ਤਿਸ ਕੋ ਕਰਹਿ ਦੰਭ ਬਿਨ ਹੋਈ। ਤੇ ਉਹਦੇ ਵਿੱਚ ਜਰਾ ਮਾਤਰ ਵੀ ਦੰਭ ਨਾ ਹੋਵੇ, ਭਾਵ ਪਖੰਡ ਨਾ ਹੋਵੇ। ਕਿਉਂਕਿ ਮਹਾਰਾਜ ਦੇ ਬਚਨ ਹੈ, ਡਿੰਬਨ ਮੇਂ ਪਰਮੇਸ਼ਰ ਨਾਹੀ। ਪਖੰਡ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ, ਝੂਠ ਦੇ ਵਿੱਚ ਵੀ ਪ੍ਰਾਪਤੀ ਨਹੀਂ ਹੈ। ਮਹਾਰਾਜ ਕਹਿੰਦੇ ਸਦਾ ਹੀ ਪਖੰਡ ਤੋਂ ਰਹਿਤ ਜੀਵਨ ਹੋਣਾ ਚਾਹੀਦਾ ਹੈ। ਕੁਸ਼ਕ ਵਿਚਾਰ ਦਹੁਨ ਮਹਿ ਹੈ। ਪਰ ਹੁਣ ਮਹਾਰਾਜ ਜੀ ਉਹ ਇੱਕ ਅੰਤਰ ਵੀ ਦੱਸਦੇ ਨੇ ਝੂਠ ਦੇ ਸੱਚ ਦੇ ਵਿੱਚ, ਕਿਉਂਕਿ ਝੂਠ ਦੇ ਔਰ ਸੱਚ ਦੇ ਵਿੱਚ ਇੱਕ ਅੰਤਰ ਵੀ ਹੈ, ਇੱਕ ਫਰਕ ਵੀ ਹੈ, ਇਹਦੇ ਵਿੱਚ ਇੱਕ ਸੂਖਮ ਵਿਚਾਰ ਵੀ ਹੈ। ਉਹ ਸੱਚੇ ਪਾਤਸ਼ਾਹ ਕਹਿੰਦੇ ਨੇ ਸੂਖਮ ਭੇਦ ਸੰਬੰਧ ਕੋਲ ਹੈ। ਮਹਾਰਾਜ ਕਹਿੰਦੇ ਗੁਰਸਿੱਖੋ, ਇਹਦੇ ਵਿੱਚ ਇੱਕ ਥੋੜੀ ਜਿਹੀ ਸੂਖਮ ਵਿਚਾਰ ਹੈ, ਉਹ ਸ੍ਰੇਸ਼ਟ ਮਤ ਦੇ ਅੰਦਰ ਗ੍ਰਹਿਣ ਕਰ ਲਓ। ਇਹ ਸਾਚ ਕਿਸ ਹੋਵੇ ਘਾਤ। ਮਹਾਰਾਜ ਕਹਿੰਦੇ ਜੇ ਸੱਚ ਬੋਲਣ ਦੇ ਨਾਲ ਕਿਸਦਾ ਘਾਤ ਹੋਵੇ, ਕਿਸਦੀ ਮੌਤ ਹੋਵੇ, ਇਸਤੇ ਆਦ ਵਿਚਾਰੋ ਬਾਤ। ਫਿਰ ਉੱਥੇ ਵਿਚਾਰ ਕਰਨੀ ਚਾਹੀਦੀ ਹੈ, ਸੰਕੋਚ ਕਰਨਾ ਚਾਹੀਦਾ ਹੈ। ਤੇ ਸਾਧ ਸੰਗਤ ਜੀ ਉੱਥੇ ਸੱਚ ਨਹੀਂ ਬੋਲਣਾ ਚਾਹੀਦਾ, ਤੇ ਉੱਥੇ ਚੁੱਪ ਕਰ ਜੋ, ਕੋਈ ਮਾਤਰ ਵੀ ਕੋਈ ਗੱਲ ਨਾ ਕਰੋ। ਤੇ ਸਾਧ ਸੰਗਤ ਜੀ ਜੇ ਤੁਹਾਡੇ ਸੱਚ ਬੋਲਣ ਨਾਲ ਕਿਹਦੀ ਜਾਨ ਬਚ ਜੇ ਨਾ, ਉੱਥੇ ਬਹੁਤ ਸੰਕੋਚ ਕਰਨਾ ਚਾਹੀਦਾ ਹੈ, ਤੇ ਸੰਕੋਚ ਕਰਕੇ ਜੀਵਨ ਰੱਖਣਾ ਚਾਹੀਦਾ ਹੈ। ਤਾਹਾ ਸਾਚ ਨਹਿ ਅੰਗੀਕਾਰੈ। ਫਿਰ ਉੱਥੇ ਸੱਚ ਨੂੰ ਗ੍ਰਹਿਣ ਨਹੀਂ ਕਰਨਾ। ਜੇ ਕਿੱਦਾਂ ਜੀਵਨ ਬਚ ਜੇ ਨਾ, ਵੀ ਸੱਚ ਬੋਲਣ ਦੇ ਨਾਲ ਕਿੱਦਾਂ ਭਲਾ ਹੋ ਜੇ, ਕਿੱਦਾਂ ਕੰਮ ਸਿਮਰ ਜਾਏ, ਕਿੱਦਾਂ ਪਰਉਪਕਾਰ ਹੋਵੇ, ਉੱਥੇ ਸੱਚ ਬੋਲਣਾ ਲਾਜ਼ਮੀ ਹੈ। ਤੇ ਉੱਥੇ ਫਿਰ ਸੱਚ ਜਿਹੜਾ ਨਾ, ਜੇ ਕਿੱਦਾਂ ਸੱਚ ਬੋਲਣ ਦੇ ਨਾਲ ਕੋਈ ਵਿਗਾੜ ਪਵੇ, ਉੱਥੇ ਸੰਕੋਚ ਕਰ ਲੈਣਾ ਚਾਹੀਦਾ ਹੈ। ਪਰ ਉਪਕਾਰੀ ਕਾਰ ਸੁਧਾਰੈ। ਫਿਰ ਉੱਥੇ ਪਰਉਪਕਾਰੀ ਬਣਨਾ ਚਾਹੀਦਾ ਹੈ। ਤੇ ਫਿਰ ਪਰਉਪਕਾਰੀ ਸੱਚ ਦਾ ਸੰਕੋਚ ਕਰ ਲੈਣਾ ਚਾਹੀਦਾ ਹੈ। ਫਿਰ ਉਹਦੇ ਪਰਉਪਕਾਰ ਵਾਸਤੇ ਇਸ ਪਰ ਇੱਕ ਗਾਥਾ ਸੁਨ ਕਾਨੇ। ਤੇ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਤੇ ਆਪਣੇ ਗੁਰਸਿੱਖਾਂ ਨੂੰ ਸੰਗਤ ਦੇ ਵਿੱਚ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਇਹਦੇ ਉੱਤੇ ਇੱਕ ਦ੍ਰਿਸ਼ਟਾਂਤ ਸੁਣਨਾ ਕਰੋ। ਜਿਤ ਬੈਠਿਓ ਕਿਤ ਜਾਪ ਬਖਾਨੇ। ਇੱਕ ਪੰਡਤ ਬਹੁਤ ਭਗਤੀ ਕਰਨ ਵਾਲਾ ਜਪੀ ਤਪੀ ਤੇ ਇੱਕ ਸਥਾਨ ਤੇ ਬੈਠ ਕਰਕੇ ਆਪਣੇ ਸਿਮਰਨ ਅਭਿਆਸ ਕਰਦਾ ਸੀ। ਭਾਗੀ ਤੇ ਨਕਸਾਈ ਕਰਤੇ। ਉਹਦੇ ਉਸਦੇ ਅੱਗੋਂ ਇੱਕ ਗਊ ਮੂਹਰੇ ਦੇ ਨਿਕਲ ਕਰਕੇ ਭੱਜ ਗਈ। ਭੋਜਤ ਆਏ ਸੋ ਬੂਝ
ਉਹਦੇ ਪਿੱਛੇ ਇੱਕ ਕਸਾਈ ਉਹਦਾ ਪਿੱਛਾ ਕਰ ਰਿਹਾ ਸੀ, ਲੱਭਦਾ ਸੀ। ਤੇ ਉਹਦੇ ਪਿੱਛੇ ਕਸਾਈ ਕਰਦਾ ਹੋਇਆ ਹਾਥ ਸਾਥ ਤਿਜ ਸ਼ਾਰਤ ਕਰੀ। ਤੇ ਉਸ ਵੇਲੇ ਕਸਾਈ ਨੇ ਆ ਕਰਕੇ ਨਾ ਤੇ ਉਸ ਪੰਡਤ ਨੂੰ ਪੁੱਛਿਆ, ਜਿਹੜਾ ਬੈਠਿਆ ਸੀ, ਤੇ ਕਹਿੰਦਾ ਇੱਧਰ ਨੂੰ ਕੋਈ ਗਊ ਆਦਿਕ ਦੇਖੀ ਹੈ ਜਾਂਦੀ ਹੋਈ? ਇੱਧਰ ਨੂੰ ਗਊ ਜਿਹੜੀ ਨੱਠਦੀ ਹੋਈ ਤਿਜ ਸ਼ਾਰਤ ਕਰੀ। ਤੇ ਉਸ ਵੇਲੇ ਪੰਡਤ ਜੀ ਨੇ ਨਾ ਐਂ ਇਸ਼ਾਰਾ ਕਰਤਾ ਬਾਂਹ ਦੇ ਨਾਲ ਵੀ ਇੱਧਰ ਨੂੰ ਗਈ ਹੈ। ਰਹੇ ਜਾਏ ਪਾਪੀ ਦੁਖ ਭਰੀ। ਤੇ ਉਸ ਪਾਪੀ ਕਸਾਈ ਨੇ ਉਹ ਗਊ ਫੜ ਲਈ ਤੇ ਫੜ ਕਰਕੇ ਨਾ ਉਸ ਵੇਲੇ ਇਤਿਆਦਿਕ ਸਜ ਤਜਹੁ ਵਿਚਾਰੇ। ਤੇ ਜਦੋਂ ਗਊ ਫੜੀ ਨਾ ਤੇ ਉਸ ਵੇਲੇ ਫੜ ਕਰਕੇ ਉਹਨੇ ਕਸਾਈ ਨੇ ਬਹੁਤ ਭਿਆਨਕ ਬੜੀ ਸਾਧ ਸੰਗਤ ਜੀ ਉਹਨੂੰ ਬਹੁਤ ਉਹਦੇ ਨਾਲ ਮਾਰਨਾ ਕੀਤਾ, ਬੜੀ ਸਜ਼ਾ ਦੇ ਕਰਕੇ। ਤੇ ਸਾਧ ਸੰਗਤ ਜੀ ਉਹ ਜਦੋਂ ਗਊ ਮਰ ਗਈ ਤੇ ਫਿਰ ਸਾਧ ਜਿਹੜਾ ਬੈਠੇ ਸੀ ਉਹਨੂੰ ਬਹੁਤ ਵੱਡਾ ਪਾਪ ਲੱਗਿਆ। ਜਦੋਂ ਪਾਪ ਲੱਗਿਆ ਉਸ ਵੇਲੇ ਤੇ ਉਹ ਆਪਣਾ ਜੀਵਨ ਭੋਗ ਕਰਕੇ ਜਦੋਂ ਮਰਿਆ ਤੇ ਉਸ ਵੇਲੇ ਫਿਰ ਉਹਨਾਂ ਨੂੰ ਨਵਾਂ ਜਨਮ ਮਿਲਿਆ। ਤੇ ਸਾਧ ਸੰਗਤ ਜੀ ਜਿਹੜਾ ਕਸਾਈ ਸੀ ਨਾ ਉਹਨੂੰ ਰਾਜੇ ਦੇ ਘਰਾਂ ਜਨਮ ਮਿਲਿਆ। ਜਿਹੜੀ ਇਹ ਗਊ ਸੀ ਇਹਨੂੰ ਰਾਜੇ ਦੀ ਲੜਕੀ ਦਾ ਜਨਮ ਮਿਲਿਆ। ਜਦੋਂ ਉਹਨਾਂ ਨੇ ਰਾਜਿਆਂ ਨੇ ਆਪਸ ਦੇ ਵਿੱਚ ਲੜਕੀ ਦਾ ਵਿਆਹ ਕੀਤਾ ਤੇ ਰਾਸਤੇ ਦੇ ਵਿੱਚ ਬਰਾਤ ਲੈ ਕਰਕੇ ਮੁੜ ਕੇ ਲੈ ਕੇ ਜਦੋਂ ਆਏ ਲਿਆ ਕਰਕੇ ਸਾਧ ਸੰਗਤ ਜੀ ਤਰ੍ਹਾਂ ਪਹਿਲਾਂ ਧਰਮਸ਼ਾਲਾ ਬਣੀਆਂ ਹੁੰਦੀਆਂ ਸੀ, ਰਾਸਤੇ ਦੇ ਅੰਦਰ ਮੁਸਾਫਰਖਾਨੇ ਬਣੇ ਹੁੰਦੇ ਸੀ ਤੇ ਉੱਥੇ ਆ ਕਰਕੇ ਉਹਨਾਂ ਨੇ ਆਪਣਾ ਰਾਤ ਦਾ ਜਿਹੜਾ ਰਹਿਣ ਵਸਾਰਾ ਕੀਤਾ। ਤੇ ਜਦੋਂ ਰਹੇ ਤੇ ਉਸ ਦੇ ਵਿੱਚ ਜਦੋਂ ਰਾਤ ਨੂੰ ਲੜਕਾ ਤੇ ਲੜਕੀ ਪਏ ਤੇ ਸਾਧ ਸੰਗਤ ਜੀ ਪਏ ਦੇ ਜਿਹੜੀ ਲੜਕੀ ਦੀ ਨਿਗਾਹ ਹੈ ਉੱਪਰ ਉਹਨਾਂ ਦੇ ਉੱਤੇ ਇੱਕ ਸ੍ਰੀ ਸਾਹਿਬ ਟੰਗੀ ਸੀ, ਕਿਰਪਾਨ ਟੰਗੀ ਹੋਈ ਸੀ। ਜਦੋਂ ਰਾਤ ਨੂੰ ਚਮਕੀ ਜੀ ਦੀਵੇ ਦੇ ਕਿਸੇ ਲਾਟ ਦੇ ਅੰਦਰ ਆ ਕਰਕੇ ਤੇ ਉਹਨੇ ਲੜਕੀ ਨੇ ਇੱਕ ਲਗਤ ਜਿਹੜਾ ਉਹਨੂੰ ਇਹ ਲੱਗਿਆ ਵੀ ਪਤਾ ਨਹੀਂ ਕੀ ਚੀਜ਼ ਹੈ, ਇਹ ਚਮਕੀਲੀ ਚੀਜ਼ ਕੀ ਹੈ। ਤੇ ਜਦੋਂ ਉੱਠੀ ਤੇ ਉਹ ਉੱਠਣ ਸਾਰਾ ਉਹ ਜਿਹੜੀ ਕਿਰਪਾਨ ਹੈ ਜਦੋਂ ਹੇਠਾਂ ਡਿੱਗੀ ਤੇ ਲੜਕੇ ਦੇ ਆ ਕਰਕੇ ਕਾਲਜੇ ਦੇ ਵਿੱਚ ਵੱਜੀ ਤੇ ਉਹ ਵੀ ਉੱਥੇ ਹੀ ਮਰ ਗਿਆ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਸਾਧੂ ਆਇਆ, ਜਦੋਂ ਫਿਰ ਆ ਕਰਕੇ ਵੇਖਿਆ ਨਾ ਤੇ ਉਹਨਾਂ ਲੜਕੀ ਨੇ ਜਿਹੜਾ ਉਹ ਸਾਧੂ ਬਣਿਆ ਸੀ ਤੇ ਉਹਦੇ ਨਾਂ ਲਾ ਦਿੱਤਾ ਵੀ ਇਸਨੇ ਮਾਰਿਆ ਹੈ। ਤੇ ਫਿਰ ਰਾਜੇ ਨੇ ਉਹਨਾਂ ਨੂੰ ਫੜ ਕਰਕੇ ਉਹਨੂੰ ਸਜ਼ਾ ਦੇਣ ਲੱਗੇ, ਕਹਿੰਦੇ ਵੀ ਇਹ ਧਰਮੀ ਹੈ, ਨਾਮ ਜਪਣ ਵਾਲਾ, ਇਹਨੂੰ ਮਾਰੋ ਨਾ, ਇਹਦੇ ਜਿਹੜਾ ਹੈ ਹੱਥ ਕੱਟ ਦਿਓ। ਤੇ ਸਾਧ ਸੰਗਤ ਜੀ ਉਹਦੇ ਜਿਹੜਾ ਹੱਥ ਸੀ ਬਾਂਹ ਸੀ ਕੱਟ ਦਿੱਤੀ ਤੇ ਉਹਨੂੰ ਸਜ਼ਾ ਦੇਣ ਲੱਗੇ। ਤੇ ਉਸ ਵੇਲੇ ਇਹਨੇ ਰੱਬ ਦੇ ਕੋਲ ਸ਼ਿਕਾਇਤ ਕੀਤੀ ਵੀ ਇਹ ਮੇਰਾ ਕਿਹੜਾ ਕਰਮ ਦੀ ਸਜ਼ਾ ਹੈ, ਮੇਰਾ ਹੱਥ ਕਿਉਂ ਕੱਟਿਆ ਹੈ। ਤੇ ਉਸ ਵੇਲੇ ਫਿਰ ਪਰਮੇਸ਼ਰ ਦੇ ਵਿੱਚ ਆਕਾਸ਼ ਬਾਣੀ ਹੋਈ ਵੀ ਤੇਰੇ ਪਿਛਲੇ ਕਰਮ ਦਾ ਇਹ ਫਲ ਹੈ, ਕਿਉਂਕਿ ਤਾਂ ਗਊ ਜਾਂਦੀ ਸੀ ਨਾ, ਇਸ਼ਾਰਾ ਕਰਕੇ ਦੱਸ ਦਿੱਤਾ ਵੀ ਇੱਧਰ ਨੂੰ ਗਈ ਹੈ ਤੇ ਉਹਨੇ ਕਸਾਈ ਨੇ ਬਹੁਤ ਬੁਰੀ ਮਾਰੀ ਹੈ ਤੇ ਇਹ ਜਿਹੜਾ ਫਲ ਹੈ ਤੈਨੂੰ ਉਸ ਕਰਮ ਦਾ ਫਲ ਹੈ। ਤੇ ਸਾਧ ਸੰਗਤ ਜੀ ਸੱਚ ਬੋਲਿਆ ਵੀ ਪਾਪ ਦਾ ਕਰਮ ਬਣ ਗਿਆ। ਬੋਲਿਆ ਤਾਂ ਭਾਵੇਂ ਉਹਨੇ ਸੱਚ ਵੀ ਇੱਧਰ ਨੂੰ ਗਈ ਹੈ ਪਰ ਫਿਰ ਵੀ ਸਜ਼ਾ ਭੋਗਣੀ ਪਈ ਕਿਉਂਕਿ ਪਾਪ ਦਾ ਕਰਮ ਬਣ ਗਿਆ। ਤੇ ਇਸ ਕਰਕੇ ਤੇ ਸਾਧ ਸੰਗਤ ਜਿੱਥੇ ਸੱਚ ਬੋਲਣਾ ਵੀ ਪਵੇ ਨਾ ਕਿਦਾ ਨੁਕਸਾਨ ਹੋਵੇ ਤੇ ਉੱਥੇ ਫਿਰ ਸੰਕੋਚ ਕਰਨਾ ਚਾਹੀਦਾ ਹੈ। ਤੇ ਆਦਿਕ ਸਜ ਤਜਹੁ ਵਿਚਾਰੇ। ਤੇ ਮਹਾਰਾਜ ਕਹਿਣ ਲੱਗੇ ਸੰਗਤ ਜੀ, ਇਹ ਸਿੱਖੋ
ਇਹ ਖਾਲਸਾ ਜੀ, ਇਸ ਕਰਕੇ ਇਹ ਸੱਚ ਨੂੰ ਥੋੜਾ ਵਿਚਾਰ ਕਰਕੇ ਛੱਡਣਾ ਚਾਹੀਦਾ ਹੈ। ਆਪਰਜਿਤਕ ਜਗ ਕੇ ਵਿਵਹਾਰੇ, ਜੇ ਕਿਤੇ ਪਰਾਏ ਵਾਸਤੇ ਝੂਠ ਬੋਲਣਾ ਪਵੇ, ਸੱਚ ਕੇ ਸਹਿਤ ਕਰੋ ਹਿਤ ਧਾਰੇ। ਇਸ ਕਰਕੇ ਜੇ ਪਰਾਏ ਦੇ ਵਾਸਤੇ ਝੂਠ ਬੋਲਣਾ ਵੀ ਪਵੇ ਨਾ, ਤਾਂ ਫਿਰ ਕੋਈ ਕਿੱਦਾਂ ਪਰਉਪਕਾਰ ਹੋਵੇ, ਕਿਹਦੀ ਜਾਨ ਬਚੇ, ਤੇ ਸਾਧ ਸੰਗਤ ਜੀ ਉਹਦੇ ਝੂਠ ਬੋਲਿਆ ਵੀ ਸੱਚ ਦੇ ਬਰਾਬਰ ਹੈ। ਤੇ ਮਹਾਰਾਜ ਅੱਗੇ ਦੱਸਦੇ ਨੇ, ਆਪਰਜਿਤਕ ਜਗ ਕੇ ਵਿਵਹਾਰੇ, ਮਹਾਰਾਜ ਕਹਿੰਦੇ ਜਿੰਨੇ ਵੀ ਹੋਰ ਜਗ ਦੇ ਅੰਦਰ ਵਿਵਹਾਰ ਹਨ, ਸੱਚ ਕੇ ਸਹਿਤ ਕਰੋ ਹਿਤ ਧਾਰੇ। ਉਹ ਸਾਰੇ ਸੱਚ ਦੇ ਸਹਿਤ ਹੀ ਕਰਨੇ ਨੇ। ਇਹ ਨਹੀਂ ਹੈ ਵੀ ਮਾੜੀ ਮਾੜੀ ਗੱਲ ਪਿੱਛਾ ਕੋਈ ਝੂਠ ਬੋਲੀ ਜਾਵੇ, ਕੋਈ ਮਾੜਾ ਜਿਹਾ ਕੰਮ ਹੋਵੇ ਉਹਦੇ ਵਿੱਚ ਝੂਠ ਬੋਲ ਦੇਵੇ ਆਪਣੇ ਫਾਇਦੇ ਵਾਸਤੇ, ਜਾਂ ਕਿਹਦਾ ਨੁਕਸਾਨ ਕਰਨਾ ਹੋਵੇ। ਮਹਾਰਾਜ ਕਹਿੰਦੇ ਨਹੀਂ ਭਾਈ, ਹਮੇਸ਼ਾ ਸੱਚ ਹੀ ਬੋਲਣਾ ਚਾਹੀਦਾ ਹੈ। ਸਿੱਖ ਹੋਏ ਕਿਸ ਝੂਠ ਨਾ ਖਾਵੇ। ਮਹਾਰਾਜ ਕਹਿੰਦੇ ਸਿੱਖ ਹੋ ਕਰਕੇ ਇਹ ਨਹੀਂ ਹੈ ਵੀ ਹਰੇਕ ਦੀ ਝੂਠ ਖਾਣ ਲੱਗ ਜੇ, ਤੇ ਜਿਹਦੇ ਦੇਖੇ ਉਹ ਝੂਠ ਤੋਂ ਬਚੇ, ਜਿੰਨਾ ਵੀ ਹੋ ਸਕੇ ਝੂਠ ਤੋਂ ਸੰਕੋਚ ਰੱਖੇ। ਤੇ ਕਈ ਤਾਂ ਸਾਧ ਸੰਗਤ ਜੀ ਝੂਠ ਤੇ ਸੂਚਮ ਦੇ ਵਿੱਚ ਫਰਕ ਨਹੀਂ ਰੱਖਦੇ, ਕਹਿੰਦੇ ਸਫਾਈ ਹੋਣੀ ਚਾਹੀਦੀ ਹੈ। ਤੇ ਜਿਹੜੇ ਸੂਚਮ ਔਰ ਸਾਧ ਸੰਗਤ ਜੀ ਸਫਾਈ ਦੇ ਵਿੱਚ ਬਹੁਤ ਅੰਤਰ ਹੈ। ਸੂਚਮ ਹੋਰ ਹੈ, ਸਫਾਈ ਹੋਰ ਚੀਜ਼ ਹੈ। ਤੇ ਸਾਧ ਸੰਗਤ ਜੀ ਇਸ ਕਰਕੇ ਸਿੱਖ ਨੇ ਹਮੇਸ਼ਾ ਝੂਠ ਦਾ ਤਿਆਗ ਹੀ ਰੱਖਣਾ ਹੈ। ਸਿੱਖ ਹੋਏ ਧਨ ਪ੍ਰੇਮ ਨਾ ਲਾਵੇ। ਤੇ ਸਿੱਖ ਹੋ ਕਰਕੇ ਕਦੇ ਝੂਠ ਨਹੀਂ ਖਾਣੀ, ਤੇ ਸਿੱਖ ਹੋ ਕਰਕੇ ਬਹੁਤਾ ਧਨ ਦੇ ਨਾਲ ਪ੍ਰੇਮ ਨਾ ਲਾਵੇ, ਤੇ ਬਹੁਤਾ ਮਾਇਆ ਦੇ ਨਾਲ ਪ੍ਰੇਮ ਨਾ ਪਾਵੇ। ਤੇ ਸਾਧ ਸੰਗਤ ਜੀ ਇਹ ਵੀ ਨਹੀਂ ਹੈ ਵੀ ਸਿੱਖ ਨੇ ਧਨ ਛੱਡ ਦੇਣਾ ਹੈ, ਨਹੀਂ। ਮਾਇਆ ਗੁਜਰਾਨ ਹੈ, ਇਸਤਰੀ ਇਮਾਨ ਹੈ, ਪੁੱਤਰ ਨਿਸ਼ਾਨ ਹੈ। ਤੇ ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਹੈ। ਜਿਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ, ਜਿਸ ਉਦਰ ਤਿਸੀ ਹੀ ਮਾਇਆ, ਜਿਹਦਾ ਪੇਟ ਲੱਗ ਗਿਆ ਉਹਨੂੰ ਮਾਇਆ ਦੀ ਲੋੜ ਹੈ। ਭਾਵ ਗੁਜ਼ਾਰੇ ਵਾਸਤੇ ਮਾਇਆ ਚਾਹੀਦੀ ਹੈ। ਮਾਇਆ ਨੂੰ ਇਕੱਠੀ ਨਾ ਕਰੇ, ਤੇ ਮਾਇਆ ਦੇ ਵਿੱਚ ਬਹੁਤਾ ਮੋਹ ਨਾ ਰੱਖੇ, ਹਰ ਵੇਲੇ ਮਾਇਆ ਮਾਇਆ ਨਾ ਕਰੇ। ਮਹਾਰਾਜ ਨੇ ਕਿਹਾ ਵੀ ਕਾਚਾ ਧਨ ਸੰਚੈ ਮੂਰਖ ਗਵਾਰ, ਜਿਹੜੀ ਸੰਸਾਰ ਦੀ ਮਾਇਆ ਨਾ ਇਹਨੂੰ ਬਹੁਤੀ ਇਕੱਠੀ ਨਾ ਕਰੇ। ਤੇ ਮਹਾਰਾਜ ਕਹਿਣ ਲੱਗੇ ਸਿੱਖ ਹੋਏ ਧਨ ਪ੍ਰੇਮ ਨਾ ਲਾਵੇ, ਤੇ ਧਨ ਦੇ ਨਾਲ ਮਾਇਆ ਦੇ ਨਾਲ ਬਹੁਤਾ ਪ੍ਰੇਮ ਨਾ ਲਾਵੇ। ਸਿੱਖ ਪ੍ਰਸਾਦ ਬਾਟ ਕਰ ਖਾਏ। ਤੇ ਸਾਧ ਸੰਗਤ ਜੀ ਜੇ ਸਿੱਖ ਨੂੰ ਪ੍ਰਸਾਦ ਨਾ ਜਿਹੜਾ ਉਹ ਹਮੇਸ਼ਾ ਹੀ ਵੰਡ ਕਰਕੇ ਖਾਣਾ ਚਾਹੀਦਾ ਹੈ। ਨੰਗੇ ਕੇਸ ਨਾ ਕਰ ਚਿਰ ਲਾਏ। ਤੇ ਬਹੁਤਾ ਨੰਗੇ ਕੇਸ ਨਹੀਂ ਰੱਖਣੇ ਚਾਹੀਦੇ। ਦੇਖੀਦਾ ਨਾ, ਤੇ ਨੰਗੇ ਕੇਸ, ਜਿਸ ਕੇਸਾਂ ਦੇ ਵਿੱਚ ਅੰਮ੍ਰਿਤ ਪਿਆ ਹੋਵੇ, ਅੱਜ ਅੰਮ੍ਰਿਤ ਭਲਾਖੀਆਂ ਨੇ ਅੰਮ੍ਰਿਤ ਛਕਿਆ ਨਾ, ਉਹ ਕੇਸਾਂ ਦੇ ਅੰਦਰ ਵੀ ਅੰਮ੍ਰਿਤ ਪਿਆ ਹੈ। ਤੇ ਉਹ ਕੇਸ ਕਦੀ ਨੰਗੇ ਸਿਰ ਨਹੀਂ ਰੱਖਣੇ। ਇਹ ਨਹੀਂ ਹੋਵੇ ਵੀ ਨੰਗੇ ਸਿਰ ਹੀ ਗਲੀਆਂ ਦੇ ਵਿੱਚ ਫਿਰਦਾ ਹੈ, ਕਦੇ ਇੱਧਰ ਜਾਂਦਾ ਕਦੇ ਉੱਧਰ ਜਾਂਦਾ ਹੈ, ਤੇ ਨੰਗੇ ਸਿਰ ਹੀ ਘਰ ਦੇ ਵਿੱਚ ਵੀ ਘੁੰਮੀ ਜਾਂਦਾ ਜੁੱਤੀਆਂ ਪਾ ਕਰਕੇ। ਨਹੀਂ, ਕੇਸਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਹਾਰਾਜ ਕਹਿੰਦੇ ਬਹੁਤਾ ਚਿਰ ਨਾ ਲਾਵੇ। ਭਾਵ ਜਦੋਂ ਕੰਘਾ ਕਰਨਾ ਉਦੋਂ ਕੇਸ ਨੰਗੇ ਹੋਣੇ ਚਾਹੀਦੇ ਨੇ। ਜਦੋਂ ਕੇਸੀ ਇਸ਼ਨਾਨ ਕਰਨਾ, ਕੇਸ ਹਰੇ ਕਰਨੇ ਨੇ, ਉਦੋਂ ਕੇਸ ਨੰਗੇ ਹੋਣੇ ਚਾਹੀਦੇ ਨੇ। ਬਾਕੀ ਸਮੇਂ ਦੇ ਅੰਦਰ ਤੇ ਸਾਧ ਸੰਗਤ ਜੀ ਜਿਹੜੇ ਕੇਸ ਨੇ ਉਹ ਕੱਜ ਕੇ ਰੱਖਣੇ ਨੇ, ਢੱਕ ਕਰਕੇ ਰੱਖਣੇ, ਤੇ ਬਹੁਤਾ ਸਮਾਂ ਨਾ ਲਾਵੇ ਵੀ ਨੰਗੇ ਕੇਸ ਰਹਿਣ। ਬੈਠਨ ਸੁਤਨ ਅਚਮਨ ਆਦ। ਤੇ ਸਾਧ ਸੰਗਤ ਜੀ ਚੀਜ਼ਾਂ ਦਾ ਸਵਾਦ ਨਾ ਲਵੇ ਕਿਸੇ ਪ੍ਰਕਾਰ ਦੇ ਨਾਲ ਵੀ। ਤੇ ਸਾਧ ਸੰਗਤ ਜੀ ਤੇ ਕੋਈ ਭੋਜਨ ਨਾ ਛਕੇ ਨੰਗੇ ਸਿਰ, ਕਿਸੇ ਅੰਗ ਦਾ ਪ੍ਰਤੰਗ ਦਾ ਕੋਈ ਸਵਾਦ ਨਾ ਲਵੇ ਨੰਗੇ ਸਿਰ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਭੋਜਨ ਜਿਹੜਾ ਛਕਣਾ ਨਾ ਉਹ ਵੀ ਨੰਗੇ ਸਿਰ ਹੀ ਛਕਣਾ। ਜੇ ਸਵਾਦ ਵੀ ਲੈਂਦੇ ਨਾ, ਕਈ ਵਾਰ ਦੇਖੀਦਾ
ਕਈ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਭੋਜਨ ਪ੍ਰਸ਼ਾਦਾ ਪਕਾਉਂਦੇ ਨੇ ਅਤੇ ਕਈ ਬੀਬੀਆਂ ਸਿਰ ਨੰਗਾ ਹੁੰਦਾ ਵੀ ਚਲੋ ਕੋਈ ਨਹੀਂ ਵੀ ਥੋੜ੍ਹਾ ਚਿਰ ਵੀ ਇੱਕ ਚਮਚਾ ਹੀ ਖਾਣਾ, ਦਾਲ ਸਬਜ਼ੀ ਦੇ ਲੂਣ ਮਿਰਚ ਹੀ ਚੈੱਕ ਕਰਨਾ, ਉਹ ਵੀ ਨੰਗੇ ਸਰੀਰ ਲੈ ਲੈਣ। ਨਹੀਂ ਭਾਈ, ਕਿਸੇ ਪ੍ਰਕਾਰ ਦਾ ਵੀ ਕਿਸੇ ਚੀਜ਼ ਦਾ ਵੀ ਨੰਗੇ ਸਿਰ ਜਿਹੜਾ ਸਵਾਦ ਨਹੀਂ ਦੇਖਣਾ। ਨੰਗੇ ਕੇਸ ਨਾਲੇ ਸਵਾਦ, ਤੇ ਨੰਗੇ ਸਿਰ ਕਿਸੇ ਵੀ ਚੀਜ਼ ਦਾ ਸਵਾਦ ਨਹੀਂ ਦੇਖਣਾ, ਟੇਸਟ ਕਿਸੇ ਪ੍ਰਕਾਰ ਦਾ ਨਹੀਂ ਦੇਖਣਾ। ਪਾਠ ਜਪ ਜਾਪ ਨਾਮ ਗੁਰ ਦੇ, ਤੇ ਗੁਰ ਦਾ ਸਿੱਖ ਹੋ ਗਏ ਆ, 5 ਬਾਣੀਆਂ ਦਾ ਜਾਪ ਕਰੇ। ਪਹਿਲਾ ਪਾਠ ਕਰੇ ਸ੍ਰੀ ਜਪਜੀ ਸਾਹਿਬ ਜੀ ਦਾ, ਫਿਰ ਜਾਪ ਸਾਹਿਬ ਜੀ ਦਾ, ਫਿਰ ਸੱਚੇ ਪਾਤਸ਼ਾਹ 5 ਬਾਣੀਆਂ ਕਰਕੇ ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਜਾਪ ਸਾਹਿਬ ਕਰਕੇ ਫਿਰ ਸਿਮਰਨ ਅਭਿਆਸ ਕਰਕੇ ਤਬ ਪ੍ਰਸਾਦ ਕਹਿ ਕਰ ਅਚਵੇ, ਫਿਰ ਤਵੈ ਪ੍ਰਸਾਦ। ਇਹ 5 ਬਾਣੀਆਂ ਨੇ ਸਾਧ ਸੰਗਤ ਜੀ। 5 ਬਾਣੀਆਂ ਦੇ ਨਿਤਨੇਮ ਕਰਕੇ ਫਿਰ ਹੀ ਤੇ ਸਾਧ ਸੰਗਤ ਜੀ ਕੋਈ ਛਕੇ ਪ੍ਰਸ਼ਾਦਾ ਪਾਣੀ, ਕੋਈ ਜਲ ਪਾਣੀ ਉਦੋਂ ਛਕੇ। ਨਹੀਂ ਤਾਂ ਦੇਖੀਦਾ ਸਵੇਰੇ ਉੱਠਦੇ ਨੇ, ਨਾ ਇਸ਼ਨਾਨ ਕਰਨਾ, ਨਾ ਦਾਤਣ ਕੁੱਲਾ ਕਰਨਾ, ਤੇ ਸਾਧ ਸੰਗਤ ਜੀ ਉੱਠ ਕਰਕੇ ਹੀ ਕੋਈ ਜਲ ਪਾਣੀ ਛਕ ਰਿਹਾ, ਕੋਈ ਪ੍ਰਸ਼ਾਦਾ ਛਕ ਰਿਹਾ, ਕੋਈ ਕੁਛ ਕਰ ਰਿਹਾ। ਨਹੀਂ ਭਾਈ, ਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ ਹੈ, ਅੰਮ੍ਰਿਤ ਵੇਲੇ ਉੱਠੇ ਤੇ ਇਸ਼ਨਾਨ ਪਾਣੀ ਕਰਕੇ ਤੇ ਉਸ ਵੇਲੇ ਫਿਰ ਬਾਣੀ ਪੜ੍ਹੇ, ਸਿਮਰਨ ਅਭਿਆਸ ਕਰੇ। ਸਿਮਰਨ ਕਰਕੇ ਫਿਰ ਹੀ ਗੁਰੂ ਦਾ ਸਿੱਖ ਉੱਠ ਕਰਕੇ ਤੇ ਸਾਧ ਸੰਗਤ ਜੀ ਫਿਰ ਬਾਣੀ ਪੜ੍ਹ ਕਰਕੇ ਨਿਤਨੇਮ ਕਰਕੇ ਕੁਛ ਛਕੇ। ਇਹ ਨੇਮ ਹੋਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ। ਨਗਨ ਨਾਇਕਾ ਨਾਹੀ ਨਿਹਾਰੈ, ਤੇ ਸਾਧ ਸੰਗਤ ਜੀ ਹੁਣ ਜਿਹੜੇ ਨੇ ਤਸਵੀਰਾਂ ਆਦਿਕ ਤੇ ਦੇਖਦੇ ਨੇ ਗਲਤ ਫਲਤ ਜੀਆਂ, ਤੇ ਉਹ ਨਹੀਂ ਦੇਖਣੀਆਂ। ਈਕੋ ਸਿਮਰਨ ਉਰ ਨਹਿ ਧਾਰੈ, ਉਹ ਤਸਵੀਰਾਂ ਨਹੀਂ ਦੇਖਣੀਆਂ ਜਿਨ੍ਹਾਂ ਦੇ ਵਿੱਚ ਵਿਕਾਰ ਪੈਦਾ ਹੋਣ। ਤੇ ਸਾਧ ਸੰਗਤ ਜੀ ਫਿਰ ਕਿਸੇ ਬਹੁਤਾ ਇਸਤਰੀ ਨੂੰ ਯਾਦ ਨਹੀਂ ਕਰਨਾ, ਬੀਬੀ ਨੂੰ ਨਾ ਯਾਦ ਕਰੇ ਭਾਈ ਬਹੁਤਾ। ਕਈ ਭਾਈ ਤੇ ਕਈ ਬੀਬੀਆਂ ਭਾਈਆਂ ਨੂੰ ਯਾਦ ਨਾ ਕਰੇ, ਕਿਸੇ ਪ੍ਰਕਾਰ ਦਾ ਸਿਮਰਨ ਨਾ ਕਰੇ। ਘਰ ਪਰ ਧਨ ਕੋ ਛੁਏ ਨਹਿ, ਤੇ ਸਾਧ ਸੰਗਤ ਜੀ ਫਿਰ ਪਰਾਏ ਦਾ ਜਿਹੜਾ ਹੈ ਮਾਲ ਡੰਗਰ ਆਦਿਕ ਹੋਰ ਸੰਪਰਦਾਈ ਤੇ ਪਰਾਏ ਦੇ ਧਨ ਨੂੰ ਕਦੀ ਹੱਥ ਕਰ ਲਾ ਕਰ ਕਦੇ ਛੂਏ ਵੀ ਨਾ। ਤੇ ਪਰਾਏ ਦੇ ਧਨ ਵੱਲ ਤੱਕਣਾ ਨਹੀਂ ਚਾਹੀਦਾ, ਕਦੇ ਲਾਲਚ ਨਹੀਂ ਕਰਨਾ ਚਾਹੀਦਾ, ਕਦੇ ਪਰਾਏ ਦੇ ਧਨ ਨੂੰ ਚੋਰੀ ਵੀ ਨਹੀਂ ਕਰਨਾ ਚਾਹੀਦਾ। ਚੋਰੀ ਦਾ ਸਾਧ ਸੰਗਤ ਜੀ ਇੱਥੇ ਤੱਕ ਹੱਥ ਵੀ ਨਹੀਂ ਲਾਣਾ ਤੇ ਇੱਥੇ ਤੱਕ ਸੰਕੋਚ ਰੱਖਣਾ ਹੈ। ਨੀਚ ਜਾਤ ਤੇ ਦੂਰ, ਜਿਹੜੇ ਦੁਸ਼ਟ ਕਰਮੀ ਨੇ, ਨੀਚੀ ਨੇ, ਜਿਹੜੇ ਸਾਧ ਸੰਗਤ ਜੀ ਨੀਚ ਬੁੱਧੀ ਵਾਲੇ ਨੇ, ਨੀਚ ਸੋਚ ਵਾਲੇ ਨੇ, ਤੇ ਸਾਧ ਸੰਗਤ ਜੀ ਜਿਹੜੇ ਨੀਚੀ ਜਾਤ ਦੇ ਵਿੱਚ ਨੇ, ਜਿਹੜੇ ਹਮੇਸ਼ਾ ਗੁਮਾਨ ਦੇ ਵਿੱਚ ਰਹਿੰਦੇ ਨੇ, ਹੰਕਾਰ ਦੇ ਵਿੱਚ ਰਹਿੰਦੇ ਨੇ। ਮਹਾਰਾਜ ਕਹਿਣ ਲੱਗੇ ਜਿਹੜੇ ਨੀਚ ਦੁਸ਼ਟ ਬੁੱਧੀ ਵਾਲੇ ਨੇ ਨਾ, ਉਹਨਾਂ ਦੇ ਨਾਲ ਕਦੀ ਦੂਰ ਹੀ ਰਹਿਣਾ ਚਾਹੀਦਾ ਹੈ। ਤੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦੱਸਦੇ ਨਾ, ਸਖਤ ਸੰਗ ਨਾ ਕੀਜੀਐ ਦੁਰ ਹੈ ਜਾਈਐ ਭਾਗ। ਤੇ ਸਾਖਤਾਂ ਦੀ ਸੰਗਤ ਤੋਂ ਦੂਰ ਦੇ ਕੇ ਭੱਜ ਜਾਣਾ ਚਾਹੀਦਾ ਵੀ ਜੇ ਮੈਂ ਇੱਥੇ ਰਹਿ ਗਿਆ ਤੇ ਇਹਨਾਂ ਨੇ ਮੈਨੂੰ ਵੀ ਦਾਗ ਲਾ ਦੇਣਾ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦੂਰ ਹੀ ਰਹਿਣਾ ਚਾਹੀਦਾ ਨੀਚ ਬੰਦਿਆਂ ਤੋਂ। ਪੁੱਠਿਆ ਮਾਸ ਨਾ ਖਾਈਏ, ਫਿਰ ਜਿਹੜਾ ਪੁੱਠਿਆ ਮਾਸ ਹੈ ਨਾ, ਕੋਇਆ ਹੋਇਆ ਮਾਸ, ਉਹ ਨਹੀਂ ਖਾਣਾ। ਲਿਓ ਖਾਏ ਨਾ ਸੂਰ, ਫਿਰ ਜਿਹੜੇ ਘਰਾਂ ਦੇ ਵਿੱਚ ਸੂਰ ਆਦਿਕ ਪਾਲਦੇ ਨੇ, ਹੋਰ ਜਾਨਵਰ ਪਾਲਦੇ ਨੇ ਨਾ, ਦੇਖੀ ਤਾਂ ਬੜੇ ਬੜੇ ਫਾਰਮ ਬਣੇ ਹੋਏ ਨੇ, ਬੜੇ ਬੜੇ। ਉਹ ਕਹਿੰਦੇ ਜੀ ਇਹ ਕੀ ਹੁੰਦਾ, ਤਾਂ ਮਾਸ ਹੀ ਹੈ। ਕਹਿੰਦੇ ਇਹ ਤਾਂ ਸਬਜ਼ੀ ਭਾਜੀ ਤੱਕ ਰਹੀ ਹੈ। ਮਹਾਰਾਜ ਕਹਿੰਦੇ ਜਿਹੜੇ ਪਾਲਿਆ ਹੋਇਆ ਮਾਸ ਹੈ ਸੂਰ ਆਦਿਕ, ਉਹ ਨਹੀਂ ਖਾਣਾ ਖਾਲਸੇ ਨੇ। ਮਨ ਕੋ ਤਜ ਹੈ ਸੋਚ ਗੁਣ ਧਾਰ ਹੈ, ਜਦੋਂ ਉੱਠਦਾ ਨਾ ਅੰਮ੍ਰਿਤ ਵੇਲੇ ਉੱਠੇ
ਤੇ ਫਿਰ ਮੈਲ ਤਿਆਗੇ। ਮੈਲ ਤਿਆਗ ਕਰਕੇ ਨਾ ਫਿਰ ਸੋਚ ਰੱਖੇ, ਭਾਵ ਸੁਚਮਤਾਈ ਰੱਖੇ, ਤੇ ਕਈ ਵਾਰੀ ਹੱਥ ਮਾਂਜੇ। ਤੇ ਸਾਧ ਸੰਗਤ ਜੀ, ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੇ ਸਾਧ ਸੰਗਤ ਜੀ ਬਹੁਤ ਵਾਰੀ ਹੱਥ ਮਾਂਜਦੇ ਸੀ। ਆਪ ਜੀ ਨੂੰ ਤਾਂ ਪਤਾ ਹੀ ਹੈ ਨਾ, ਆਪ ਜੀ ਦੇ ਨਗਰ ਦੇ ਵਿੱਚ ਕਈ ਵਾਰੀ ਕਥਾ ਕਰਕੇ ਗਏ ਨੇ, ਤੇ ਉਹਨਾਂ ਬਾਰੇ ਤਾਂ ਸਾਧ ਸੰਗਤ ਜੀ ਜਿਹੜੇ ਪੁਰਾਤਨ ਬਜ਼ੁਰਗ ਮਿਲਦੇ ਨੇ ਨਾ, ਉਹ ਬਹੁਤ ਕੁਝ ਜਾਣਦੇ ਨੇ, ਮਹਾਂਪੁਰਖਾਂ ਬਾਰੇ ਬੜਾ ਕੁਝ ਦੱਸਦੇ ਨੇ। ਤੇ ਮਹਾਂਪੁਰਖ ਬਾਬਾ ਮੋਹਨ ਸਿੰਘ ਜੀ, ਸੰਤ ਗਿਆਨੀ ਮਹੰਤ ਕਪੂਰ ਸਿੰਘ ਜੀ ਤੇ ਸਾਧ ਸੰਗਤ ਜੀ ਅੱਜ ਵੀ ਜਥੇ ਦੇ ਵਿੱਚ ਉਹ ਸਿੰਘ ਨੇ ਕਾਇਮ, ਤੇ ਜਿਹੜੇ ਹੱਥ ਨੂੰ ਬਹੁਤ ਵਾਰੀ ਮਾਂਜਦੇ ਨੇ। ਸਾਡੇ ਨਾਲ ਸਿੰਘ ਬੈਠਿਆ ਕਥਾ ਕਰਾ ਰਿਹਾ, ਇਹ ਮਹਾਂਪੁਰਖਾਂ ਦੇ ਨਾਲ ਵੀ ਰਹਿੰਦਾ। ਸਾਧ ਸੰਗਤ ਜੀ ਬੜੇ ਵਾਰੀ ਹੱਥ ਵੀ ਮਾਂਜਦਾ ਹੈ ਚੰਗੀ ਤਰ੍ਹਾਂ, ਕਿਉਂਕਿ ਸੰਗਤ ਵਿੱਚ ਹੀ ਰਹਿ ਕਰਕੇ ਪਤਾ ਲੱਗਦਾ ਨਾ। ਤੇ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿਣ ਦੇ ਨਾਲ ਹੀ ਸੁਚਮਤਾਈ ਦਾ ਪਤਾ ਲੱਗਦਾ ਹੈ। ਨਹੀਂ ਤਾਂ ਸਾਡੇ ਵਰਗੇ ਨੁਕਤਾਚੀਨੀਆਂ ਹੀ ਕਹੀ ਜਾਂਦੇ ਨੇ, ਨਹੀਂ ਜੀ ਇਹ ਤਾਂ ਪਖੰਡ ਹੈ ਜੀ, ਨਹੀਂ ਇਹ ਤਾਂ ਇਹ ਨਹੀਂ ਭਾਈ, ਇਹਨੂੰ ਵਿਵੇਕ ਕਹਿੰਦੇ ਨੇ। ਵਿਵੇਕ ਦਾ ਵੀ ਅਰਥ ਵਿਚਾਰ ਹੈ। ਜਿਸ ਚੀਜ਼ ਵਿੱਚ ਵਿਚਾਰ ਹੈ ਨਾ, ਉਹਨੂੰ ਵਿਵੇਕ ਕਹਿੰਦੇ ਨੇ। ਹੁਣ ਮੈਲ ਤਿਆਗਤੀ, ਹੱਥ ਨਾ ਧੋਤੇ ਜਾਂ ਮਾੜਾ ਜਿਹਾ ਪਾਣੀ 'ਚ ਲੈ ਕੇ ਉਂਗਲੀਆਂ ਧੋ ਲਈਆਂ, ਕਿਉਂਕਿ ਮੈਲ ਨਾ ਉਹ ਪੋਟਿਆਂ ਦੇ ਵਿੱਚ ਫਸ ਜਾਂਦੀ ਹੈ। ਮਹਾਂਪੁਰਖ ਦੱਸਦੇ ਸਨ, ਜੇ ਇੱਕ ਕਿਣਕਾ ਵੀ ਮੈਲ ਦਾ ਰਹਿ ਜੇ ਨਾ, ਅੰਦਰ ਚਲੀ ਜਾਵੇ, ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਉਹ ਮੈਲ, ਕਿਉਂਕਿ ਇਹਦੇ ਵਿੱਚ ਬਹੁਤ ਵਿਚਾਰ ਹੈ ਵੀ ਉਹ ਚੰਗੀ ਤਰ੍ਹਾਂ ਹੱਥ ਮਾਂਜਣੇ। ਜੇ ਘਰਾਂ ਦੇ ਵਿੱਚ ਰੇਤਾ ਆਦਿਕ ਨਹੀਂ ਹੈ ਅੱਜ ਦੇ ਸਮੇਂ ਦੇ ਅੰਦਰ, ਉਹ ਸਾਬਣ ਨਾਲ ਤਾਂ ਮਾਂਜ ਸਕਦਾ ਹੈ, ਘੱਟੋ ਘੱਟ 15 ਵਾਰੀ ਜਾਂ 10 ਵਾਰੀ ਸਾਬਣ ਦੇ ਨਾਲ ਮਾਂਜੇ। ਜੇ ਟੂਟੀ ਦੇ ਨਾਲ ਅਸੀਂ ਮਾਂਜ ਰਹੇ ਹਾਂ ਨਾ, ਉਹ ਟੂਟੀ ਨੂੰ ਵੀ ਸਾਬਣ ਨਾਲ ਧੋਵੇ, ਕਿਉਂਕਿ ਉਹਦੇ ਨਾਲ ਜਿਹੜੇ ਮੈਲ ਵਾਲੇ ਹੱਥ ਲੱਗ ਜਾਂਦੇ ਨੇ। ਫਿਰ ਸਾਧ ਸੰਗਤ ਚੰਗੀ ਤਰ੍ਹਾਂ ਮਾਂਜ ਕਰਕੇ ਫਿਰ ਸੁਚਮਤਾਈ ਰੱਖੇ। ਕਈ ਵੀ ਦੇਖਦੇ ਆ ਉਹ ਹੀ ਮਾੜੇ ਜਿਹੇ ਧੋ ਕਰਕੇ ਉਸੇ ਹੱਥਾਂ ਨਾਲ ਅਸੀਂ ਗੁਟਕਾ ਸਾਹਿਬ ਵੀ ਚੱਕ ਲੈਂਦੇ ਨੇ, ਉਹੀ ਹੱਥਾਂ ਨਾਲ ਅਸੀਂ ਖਾ ਵੀ ਲੈਂਦੇ ਨੇ। ਨਹੀਂ ਭਾਈ, ਇਹ ਪਖੰਡ ਨਹੀਂ ਹੈ, ਇਹ ਵਿਚਾਰ ਹੈ, ਇਹੀ ਵਿਵੇਕ ਹੈ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਦੱਸਿਆ ਹੈ ਮਾਰਗ, ਭਾਈ ਇਹ ਸੁਚਮਤਾਈ ਤੈ ਰੱਖਣੀ ਹੈ। ਜੇ ਮ੍ਰਿਤਕਾ ਕਰ ਚਰਨ ਪਖਾਰ ਹੈ। ਫਿਰ ਮ੍ਰਿਤਕਾ ਕਹਿੰਦੇ ਨੇ ਮਿੱਟੀ ਨੂੰ, ਤੇ ਫਿਰ ਉਹ ਮਿੱਟੀ ਲੈ ਕਰਕੇ ਨਾ ਆਪਣੇ ਹੱਥਾਂ ਨੂੰ ਧੋਵੇ, ਆਪਣੇ ਪੈਰਾਂ ਨੂੰ ਧੋਵੇ ਚੰਗੀ ਤਰ੍ਹਾਂ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਵਿਚਾਰ ਕਰੇ। ਜਲ ਬੋਲੇ ਹੋ ਮੂਤਰ ਕੇ ਪਾਛੇ। ਫਿਰ ਸਾਧ ਸੰਗਤ ਜਦੋਂ ਹੁਣ ਜਿਹੜਾ ਮੂਤ ਪਲੀਤੀ ਹੈ ਉਹ ਤਿਆਗ ਕਰਨਾ ਹੈ, ਤੇ ਸਾਧ ਸੰਗਤ ਸ਼ਗੂ ਜਿਹੜਾ ਲਘੂ ਸ਼ੰਕਾ ਹੈ ਉਹਦਾ ਤਿਆਗ ਕਰਨਾ ਹੈ। ਤੇ ਉਹਦੇ ਪਿੱਛੋਂ ਵੀ ਇਹ ਨਹੀਂ ਹੋਣਾ ਚਾਹੀਦਾ, ਉਹਦੇ ਪਿੱਛੋਂ ਵੀ ਚੰਗੀ ਤਰ੍ਹਾਂ ਜਲ ਦੇ ਨਾਲ, ਸਾਬਣ ਦੇ ਨਾਲ ਜਾਂ ਮਿੱਟੀ ਦੇ ਨਾਲ, ਰੇਤੇ ਦੇ ਨਾਲ ਚੰਗੀ ਤਰ੍ਹਾਂ ਹੱਥ ਮਾਂਜੇ। ਜਾਮ ਜਾਮਨੀ ਮੱਚਹਿ ਆਛੇ। ਤੇ ਸਾਧ ਸੰਗਤ ਜੀ ਚੰਗੀ ਤਰ੍ਹਾਂ ਜਦੋਂ ਰਾਤ ਪਹਿਰ ਹੈਗੀ ਨਾ, ਫਿਰ ਉੱਠ ਕਰਕੇ ਜਾ ਕਰਕੇ ਮੈਲ ਤਿਆਗ ਕਰਕੇ ਲਘੂ ਸ਼ੰਕਾ ਕਰਕੇ ਫਿਰ ਚੰਗੀ ਤਰ੍ਹਾਂ ਹੱਥ ਮਾਂਜੇ। ਤੇ ਹੱਥ ਮਾਂਜ ਕੇ ਚੰਗੀ ਤਰ੍ਹਾਂ ਫਿਰ ਇਸ਼ਨਾਨ ਕਰੇ। ਸ਼ੀਤਲ ਜਲ ਕੋ ਅੰਗੀਕਾਰੈ। ਤੇ ਸਾਧ ਸੰਗਤ ਜੀ ਇਸ਼ਨਾਨ ਕਰੇ, ਕਿਉਂਕਿ ਪਹਿਲਾਂ ਦਾਤਰ ਕੁੰਡਲਾ ਆਦਿਕ ਚੰਗੀ ਤਰ੍ਹਾਂ ਕਰਕੇ ਨਾ ਫਿਰ ਇਸ਼ਨਾਨ ਕਰੇ। ਤੇ ਇਸ਼ਨਾਨ ਕਰਕੇ ਚੰਗੀ ਤਰ੍ਹਾਂ ਤੇ ਫਿਰ ਇਸ਼ਨਾਨ ਵੀ ਜਿਹੜਾ ਨਾ ਹੁਣ ਤੱਤਾ ਠੰਡਾ ਜਿਸ ਤਰ੍ਹਾਂ ਵੀ, ਤੇ ਪਹਿਲਾਂ ਤਾਂ ਨੰਬਰ ਜਿਸ ਤਰ੍ਹਾਂ ਮੌਸਮ ਦੇ ਅਨੁਸਾਰ ਤੇ ਠੰਡੇ ਜਲ ਨਾਲ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਜੇ ਨੈ ਸ਼ਗਤ ਤਪਤ ਕਰ ਬਾਰੈ। ਜੇ ਹੁਣ ਬਾਹਲੇ ਠੰਡਾ ਪਾਣੀ ਹੋ ਗਿਆ, ਹੁਣ ਦੇਖਿਆ ਸਰਦੀਆਂ ਦੇ ਅੰਦਰ ਬਹੁਤ ਠੰਡਾ ਹੋ ਜਾਂਦਾ ਪਾਣੀ, ਫਿਰ ਉਸ ਵੇਲੇ ਵਿਚਾਰ ਕਰ ਲੈਣੀ ਚਾਹੀਦੀ ਵੀ ਸਰੀਰ ਨੂੰ ਜੇ ਹੁਣ ਠੰਡੇ ਦੇ ਨਾਲ ਨਹਾਇਆ ਤੇ ਬਿਮਾਰ ਹੋ ਜਾਵਾਂਗੇ। ਫਿਰ ਉਸ ਵੇਲੇ ਵਿਚਾਰ ਕਰਕੇ ਜਿਸ ਤਰ੍ਹਾਂ ਪਾਣੀ ਕੋਸਾ ਜਾਂ ਉਹਦੀ ਜਿਹੜੀ ਠਾਰ ਹੈ ਉਹ ਭੰਨ ਲੈਣੀ ਹੈ। ਬਿਨ ਇਸ਼ਨਾਨ ਨਾ ਦਿਵਸ ਬਿਤਾਵੈ। ਪਰ ਇਹ ਨਾ ਕਹੇ ਵੀ ਹੁਣ ਠੰਡਾ ਪਾਣੀ ਇਸ਼ਨਾਨ ਕਰਨਾ ਵੀ ਹੁਣ ਛੱਡ ਦਿਓ, ਇਹ ਨਾ ਕਰੇ।
ਸਾਰਾ ਦਿਨ ਬਤੀਤ ਹੋ ਜਾਂਦਾ ਪਰ ਇਸ਼ਨਾਨ ਨਹੀਂ ਕਰਦਾ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਜਿਹੜਾ ਦਿਨ ਹੈ ਨਾ ਉਹ ਬਿਨਾਂ ਇਸ਼ਨਾਨ ਤੋਂ ਬਤੀਤ ਨਹੀਂ ਕਰਨਾ। ਇਸ਼ਨਾਨ ਨਾ ਭੋਜਨ ਖਾਵੇ। ਮਹਾਰਾਜ ਕਹਿੰਦੇ ਇਸ਼ਨਾਨ ਤੋਂ ਬਗੈਰ ਤਾਂ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਣਾ। ਤੇਰੇ ਅੰਦਰ ਪਾਣੀ ਦਾ ਘੁੱਟ ਵੀ ਨਾ ਜਾਵੇ, ਕੋਈ ਚੀਜ਼ ਛਕਣੀ ਨਹੀਂ ਹੈ ਬਿਨਾਂ ਇਸ਼ਨਾਨ ਤੋਂ। ਪਹਿਲਾਂ ਦਾਤਨ ਕੁੱਲਾ ਕਰਕੇ ਇਸ਼ਨਾਨ ਪਾਣੀ ਕਰੇ ਚੰਗੀ ਤਰ੍ਹਾਂ, ਫਿਰ ਹੀ ਕੁਝ ਛਕੇ। ਬਾਹਰ ਦੋਸ਼ ਬਿਨ ਮੱਜਨ ਖਾਏ। ਤੇ ਸਾਧ ਸੰਗਤ ਜੀ ਜਿਹੜਾ ਇਸ਼ਨਾਨ ਤੋਂ ਬਗੈਰ ਖਾਂਦਾ ਨਾ ਉਹਨੂੰ ਬਹੁਤ ਪਾਪ ਲੱਗਦਾ ਹੈ, ਬੜਾ ਭਾਰੀ ਉਹਨੂੰ ਦੋਸ਼ ਲੱਗਦਾ ਹੈ ਜਿਹੜਾ ਇਸ਼ਨਾਨ ਤੋਂ ਬਗੈਰ ਖਾਂਦਾ ਹੈ। ਭਾਵੇਂ ਗੁਰਸਿੱਖ ਦਾ ਹੋ ਗਿਆ ਤੇ ਇਸ਼ਨਾਨ ਤੋਂ ਬਗੈਰ ਹੀ ਖਾਈ ਪੀ ਜਾਂਦਾ ਹੈ, ਇਹ ਵੀ ਬਹੁਤ ਵੱਡਾ ਪਾਪ ਹੈ। ਤੇ ਸਾਧ ਸੰਗਤ ਜੀ ਇਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਹੁਤ ਥਾਮੀ ਇਸ ਮਰਿਆਦਾ ਨੂੰ ਵੀ ਦੱਸਿਆ ਹੈ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲਕੇ ਉਠ ਹਰ ਨਾਮ ਤੇ ਆਵੇ। ਤੇ ਸਾਧ ਸੰਗਤ ਜੀ ਜਿਹੜਾ ਭਲਕੇ ਉੱਠ ਕੇ ਨਾਮ ਨੂੰ ਜਪੇ, ਫਿਰ ਮਹਾਰਾਜ ਕਹਿੰਦੇ ਉਦਮ ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ। ਤੇ ਸਾਧ ਸੰਗਤ ਜਿਹੜਾ ਉੱਠਦਾ ਨਾ ਪ੍ਰਭਾਤੀ ਤੇ ਉੱਠ ਕੇ ਇਸ਼ਨਾਨ ਕਰਕੇ ਮਹਾਰਾਜ ਕਹਿੰਦੇ ਅੰਮ੍ਰਿਤਸਰ ਨਾ ਆਵੇ, ਫਿਰ ਉਹ ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ ਮੰਨਿਆ ਜਾਂਦਾ ਹੈ। ਤੇ ਸਾਧ ਸੰਗਤ ਜੀ ਮਹਾਰਾਜ ਜੀ ਇਹ ਦ੍ਰਿੜ ਕਰਾਉਂਦੇ ਨੇ ਮਰਿਆਦਾ ਨੂੰ, ਜਿਹੜੀ ਇਸ ਦ੍ਰਿੜ ਮਰਿਆਦਾ ਨੂੰ। ਤੇ ਸਾਧ ਸੰਗਤ ਜੀ ਜਿਹੜਾ ਉਪਦੇਸ਼ ਗੁਰੂ ਹਰ ਹਰ ਜਪੈ, ਤੇ ਫਿਰ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਉਹਦੇ ਦੁੱਖ ਵੀ ਪਾਪ ਵੀ ਸਾਰੇ ਕੱਟੇ ਜਾਂਦੇ ਨੇ। ਜਿਹੜਾ ਗੁਰੂ ਦੇ ਉਪਦੇਸ਼ ਨੂੰ ਜਪਦਾ ਹੈ, ਗੁਰੂ ਦੇ ਉਪਦੇਸ਼ 'ਤੇ ਚੱਲਦਾ ਹੈ। ਮਹਾਰਾਜ ਕਹਿੰਦੇ ਫਿਰ ਚੜ੍ਹੇ ਦਿਵਸ ਗੁਰੂ ਬਾਣੀ ਗਾਵੇ, ਬਹਿੰਦਿਆ ਉੱਠਦਿਆ ਹਰ ਨਾਮ ਤੇ ਆਵੇ। ਤੇ ਸਾਧ ਸੰਗਤ ਜਦੋਂ ਸੂਰਜ ਚੜ੍ਹਦਾ ਹੁੰਦਾ ਨਾ ਫਿਰ ਬਾਣੀ ਨੂੰ ਗਾਵੇ, ਸਿਮਰਨ ਕਰੇ, ਨਿਤਨੇਮ ਕਰੇ, ਬਾਣੀ ਪੜ੍ਹੇ ਤੇ ਉੱਠਦਿਆਂ ਬਹਿੰਦਿਆਂ ਨਾਮ ਨੂੰ ਧਿਆਨਾ ਕਰੇ। ਤੇ ਸਾਧ ਸੰਗਤ ਜੀ ਮਹਾਰਾਜ ਜੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਨੇ ਮਰਿਆਦਾ। ਹੁਣ ਕਈ ਕਹਿੰਦੇ ਆ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਅਸੀਂ ਤਾਂ ਹੋਰ ਮਰਿਆਦਾ ਹੀ ਨਹੀਂ ਮੰਨਦੇ, ਉਹ ਹੋਰ ਮਰਿਆਦਾ ਨੂੰ ਅਸੀਂ ਮੰਨਦੇ ਹੀ ਨਹੀਂ। ਤੇ ਸਾਸੀ ਮਰਿਆਦਾ ਕਿਸੇ ਦੀ ਬਣਾਈ ਹੋਈ ਨਹੀਂ, ਕਲਗੀਧਰ ਪਾਤਸ਼ਾਹ ਨੇ ਆਪਣੇ ਗੁਰਸਿੱਖਾਂ ਨੂੰ ਦੱਸੀ। ਜਦੋਂ ਰਹਿਤਨਾਮੇ ਪੜ੍ਹਦੇ ਨਾ, ਰਹਿਤਨਾਮੇ ਪੜ੍ਹੀਏ ਭਾਈ ਚੋਪਾ ਸਿੰਘ ਜੀ, ਭਾਈ ਪ੍ਰਹਲਾਦ ਜੀ, ਭਾਈ ਨੰਦ ਲਾਲ ਜੀ, ਕਿੰਨੇ ਗੁਰਸਿੱਖ ਹੋਏ ਨੇ ਜਿਨ੍ਹਾਂ ਨੇ ਰਹਿਤਨਾਮੇ ਲਿਖੇ ਨੇ, ਭਾਈ ਜੋਗਾ ਜੀ। ਪਰ ਦੇਖੀਦਾ ਹੈ ਪਰ ਅਸੀਂ ਕਿਸੇ ਮੰਨਣਾ ਦੇਖਣਾ ਹੀ ਨਹੀਂ, ਰਹਿਤਨਾਮੇ ਅਸੀਂ ਨਹੀਂ ਪੜ੍ਹਨੇ, ਵਿਚਾਰ ਅਸੀਂ ਨਹੀਂ ਕਰਨੀ। ਨਹੀਂ ਜੀ ਇਹ ਫਲਾਣੇ ਨੇ ਮਰਿਆਦਾ ਬਣਾਤੀ, ਫਲਾਣੀ ਸੰਪਰਦਾਇ ਦੀ, ਫਲਾਣੇ ਦੀ ਇਹ ਨਹੀਂ ਭਾਈ, ਇਹ ਕਿਸੇ ਨੂੰ ਨਹੀਂ ਕਹਿਣਾ। ਅਸੀਂ ਸੱਚੇ ਪਾਤਸ਼ਾਹ ਦੇ ਰਹਿਤਨਾਮੇ ਮੰਨਣੇ ਨੇ, ਕਿਉਂਕਿ ਸੰਪਰਦਾਈਆਂ ਸਾਰੀਆਂ ਤੇ ਸਾਧ ਸੰਗਤ ਜੀ ਰਹਿਤਨਾਮਿਆਂ ਨੂੰ ਸੰਭਾਲ ਕੇ ਰੱਖਦੀਆਂ ਨੇ। ਤੇ ਇਹੀ ਮਰਿਆਦਾ ਸਾਧ ਸੰਗਤ ਜੀ ਦੱਸਦੇ ਨੇ, ਗੁਰੂ ਸਾਹਿਬ ਜੀ ਵੀ ਇਹੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਇਹੀ ਮਰਿਆਦਾ ਦੱਸਦੇ ਨੇ। ਜੇ ਅਗਲੇ ਨੂੰ ਪੁੱਛੇ ਭਾਈ ਅੱਜ ਨਿਤਨੇਮ ਕਰਿਆ, ਬਾਣੀ ਪੜ੍ਹੀ ਹੈ, ਫਿਰ ਕਹਿਣਾ ਨਹੀਂ ਜੀ ਅਸੀਂ ਤਾਂ ਟਾਈਮ ਨਹੀਂ ਲੱਗਿਆ। ਦੇਖੋ ਜਿਹੜਾ ਸਵੇਰ ਤੇ ਉੱਠ ਕੇ ਇਹ ਤਾਂ ਮਹਾਰਾਜ ਜੀ ਕਹਿੰਦੇ ਨੇ ਨਾ, ਫਿਰ ਚੜ੍ਹੇ ਦਿਵਸ ਗੁਰੂ ਬਾਣੀ ਗਾਵੇ। ਮਹਾਰਾਜ ਕਹਿੰਦੇ ਇਸ਼ਨਾਨ ਕਰਨ ਦਾ ਮਹੱਤਵ ਗੁਰੂ ਸਾਹਿਬ ਜੀ ਦੱਸਦੇ ਨੇ। ਫਿਰ ਵੀ ਨਾ ਬਾਣੀ ਪੜ੍ਹੇ, ਫਿਰ ਵੀ ਨਾ ਸਿਮਰਨ ਕਰੇ ਤੇ ਸਾਧ ਸੰਗਤ ਜੀ ਫਿਰ ਉਹ ਕਹਿੰਦੇ ਨੇ ਮਰਿਆਦਾ ਦੀਆਂ ਗੱਲਾਂ ਕਰਦੇ ਨੇ। ਅਸੀਂ ਤਾਂ ਕਹਿੰਦੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮੰਨਦੇ ਨੇ, ਹੋਰ ਕਿਸੇ ਨੂੰ ਮੰਨਦੇ ਹੀ ਨਹੀਂ। ਨਹੀਂ ਭਾਈ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਣ ਨਾਲ ਨਹੀਂ ਕੁਝ ਬਣਨਾ। ਜੇ ਕਹਿੰਦੇ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਕਰਨੀਆਂ ਆਪਣੀਆਂ ਮਰਜ਼ੀਆਂ, ਨਹੀਂ ਭਾਈ, ਮੰਨਣ ਨਾਲ ਸਿੱਖ ਨਹੀਂ, ਗੁਰੂ ਦੀ ਮੰਨਣ ਨਾਲ ਸਿੱਖ ਹੁੰਦਾ ਹੈ। ਜੇ ਗੁਰੂ ਦੇ ਉਪਦੇਸ਼ ਨੂੰ ਮੰਨਦਾ ਨਾ ਉਹ ਸਿੱਖ ਹੈ। ਤੇ ਸਾਧ ਸੰਗਤ ਜੀ ਅਸੀਂ ਗੁਰੂ ਦੀ ਗੱਲ ਮੰਨਣੀ ਹੈ। ਸੁਚ ਕੋ ਰੱਖੈ ਸਦਾ ਬਣਾਏ। ਮਹਾਰਾਜ ਕਹਿੰਦੇ ਸਦਾ ਸੁਚਮ ਰੱਖਣੀ ਹੈ ਗੁਰਸਿੱਖ ਨੇ,
ਸੁਚਮ ਨੂੰ ਧਾਰਨ ਕਰਕੇ ਰੱਖਣਾ ਹੈ। ਹੁਣ ਕਈ ਕਹਿੰਦੇ ਸੁਚਮ ਜਿਹੜੀ ਹੈ ਨਾ ਜੀ, ਸਫਾਈ ਸੁਚਮ ਹੈ। ਜਿਹੜੇ ਅੱਜ ਕੱਲ੍ਹ ਦੇ ਨਵੀਨ ਖਿਆਲੀ ਹੈ ਨਾ, ਕਹਿੰਦੇ ਸਫਾਈ ਰੱਖੋ, ਇਹਦੀ ਆਈ ਸੁਚਮ ਹੈ। ਨਹੀਂ ਭਾਈ, ਸਫਾਈ ਹੋਰ ਚੀਜ਼ ਹੈ। ਮਹਾਂਪੁਰਖਾਂ ਕੋਲ ਵੀ ਬਹੁਤ ਆਉਂਦੇ ਸੀ ਵੀ ਸਫਾਈ ਹੋਰ ਹੈ ਜੀ, ਸੁਚਮ ਤੁਸੀਂ ਉਹਦਾ ਨਹੀਂ ਭਾਈ। ਮਹਾਂਪੁਰਖ ਹੀ ਦੱਸਦੇ ਵੀ ਸੁਚਮ ਹੋਰ ਹੈ ਅਤੇ ਸਫਾਈ ਚੀਜ਼ ਹੋਰ ਹੈ। ਅਤੇ ਗੁਰਸਿੱਖ ਨੇ ਸਦਾ ਹੀ ਸੁਚਮ ਰੱਖਣੀ ਹੈ। ਪ੍ਰਜਾ ਸਕਲ ਚਹੁ ਵਰਣਨ ਸਹਿਤ। ਹਾਂਜੀ, ਦੁਆਰਾ ਪੜ੍ਹੀ। ਪ੍ਰਜਾ ਸਕਲ ਚਹੁ ਵਰਣਨ ਸਹਿਤ। ਦੁਆਰਾ ਕਹਿੰਦੇ ਜਿਹੜੀ ਪ੍ਰਜਾ ਨਾ ਚਾਰੇ ਵਰਨਾਂ ਦੇ ਸਹਿਤ ਤੇ ਰਾਖੈ ਨਿਆਰੀ ਰਹਿਤ। ਤੇ ਚਾਰੇ ਵਰਨਾਂ ਤੋਂ ਵੱਖਰੀ ਨਿਆਰੀ ਖਾਲਸੇ ਦੀ ਮਰਿਆਦਾ ਹੈ। ਸਭ ਕੈ ਸੰਗ ਰਖੈ ਵਿਵਹਾਰੈ। ਤੇ ਪਰ ਇਹ ਵੀ ਨਹੀਂ ਹੈ ਵੀ ਸਭ ਤੋਂ ਵੱਖਰੇ ਵੀ ਰਹਿਣਾ ਹੈ, ਤਾਂ ਸਾਰਿਆਂ ਨਾਲ ਵਿਵਹਾਰ ਵੀ ਕਰਨਾ ਹੈ। ਤੇ ਜਿਨ੍ਹਾਂ ਸਾਰਿਆਂ ਨਾਲ ਵਿਵਹਾਰ ਵੀ ਉਹਦੇ ਮੁਤਾਬਕ ਹੀ ਕਰਨਾ ਹੈ। ਤੇ ਸਾਧ ਸੰਗਤ ਜੀ, ਜਿਹੜਾ ਨੀਚਾ ਨਾ ਉਹ ਗੁਰੂ ਦੇ ਉੱਤੇ ਹੀ ਰੱਖਣਾ ਹੈ। ਨੇਮ ਆਪਣਾ ਰੱਖਣਾ ਹੈ, ਮਰਿਆਦਾ ਆਪਣੇ ਵਿੱਚ ਰਹਿਣੀ ਹੈ। ਜੇ ਵਿਵਹਾਰ ਕਰਨਾ ਨਾ ਸੰਸਾਰਕ, ਉਹਦੇ ਵਿੱਚ ਹੀ। ਤੇ ਸਾਧ ਸੰਗਤ ਜੀ, ਸੰਸਾਰ ਦੇ ਨਾਲ ਵਰਤ ਵਿਵਹਾਰ ਕਰਨਾ ਹੈ, ਚਾਰੇ ਵਰਨਾਂ ਦੇ ਨਾਲ। ਉਹਨਾਂ ਦੇ ਨਾਲ ਮਿਲਣਾ ਨਹੀਂ ਹੈ। ਆਪਣੀ ਮਰਿਆਦਾ ਦੀ ਟੁੱਟਣੀ ਨਹੀਂ ਚਾਹੀਦੀ। ਨਿਤਨੇਮ ਨਹੀਂ, ਸਾਧ ਸੰਗਤ ਜੀ ਉਹਨਾਂ ਵਰਗਾ ਨਹੀਂ ਬਣਨਾ। ਤੇ ਆਪਣਾ ਜਿਹੜੀ ਮਰਿਆਦਾ ਵੱਖਰੀ ਹੋਣੀ ਚਾਹੀਦੀ ਹੈ। ਜਗਤ ਝੂਠ ਤੇ ਰਹੀ ਹੈ ਦੂਰ। ਤੇ ਜਿਹੜੀ ਜਗਤ ਝੂਠ ਹੈ ਨਾ, ਤੇ ਸਾਧ ਸੰਗਤ ਜੀ ਉਸ ਤੇ ਦੂਰ ਰਹਿਣਾ। ਜਗਤ ਝੂਠ ਜਿਹੜਾ ਤੰਬਾਕੂ ਆਦਿ ਖਾਂਦੇ ਨਾ ਲੋਕ, ਤੇ ਇਸ ਦਾ ਸਦਾ ਹੀ ਇਹ ਤੇ ਦੂਰ ਰਹਿਣਾ ਹੈ। ਤੇ ਸਾਧ ਸੰਗਤ ਜੀ ਇਹਨੂੰ ਹੱਥ ਵੀ ਨਹੀਂ ਲਾਉਣਾ, ਇੱਥੇ ਤੱਕ ਇਹਦਾ ਨਾਂ ਵੀ ਨਹੀਂ ਲੈਣਾ ਜਗਤ ਝੂਠ ਦਾ। ਤੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਤਨਕ ਤੰਬਾਕੂ ਸੇਵੀ ਹੈ। ਆਪ ਜੀ ਨੇ ਸੁਣਿਆ ਸੀ ਨਾ, ਦੇਵ ਪਿੱਤਰ ਸਭ ਤਜ ਜਾਏ, ਤਾਕੇ ਹੱਥ ਕਾ ਪਾਣੀ ਮਧਰਾ ਸਮ ਹੋ ਜਾਏ। ਉਹਦੇ ਦੇਵ ਤੇ ਵੀ ਪਿੱਤਰ ਵੀ ਸਾਰੇ ਤਜ ਕੇ ਛੱਡ ਕੇ ਲੰਘ ਜਾਂਦੇ ਨੇ, ਜਿਹੜਾ ਸਾਰੀ ਜਗਤ ਝੂਠ ਨੂੰ ਵਰਤਦਾ ਹੈ। ਇਸ ਕਰਕੇ ਗੁਰਦਾਸ ਸਿੱਖ ਇਹਦੇ ਵੱਲ ਦੇਖੇ ਵੀ ਨਾ, ਇਹਨੂੰ ਹੱਥ ਵੀ ਨਾ ਲਾਵੇ, ਇਹ ਤੋਂ ਸਦਾ ਹੀ ਦੂਰ ਰਹੇ। ਫਿਰ ਜਿਹੜਾ ਕੁਸੁੰਭਾ ਰੰਗ ਆ ਨਾ, ਭੜਕੀਲੇ ਰੰਗ ਦੇ ਕੱਪੜੇ ਪਾਣੇ, ਤੇ ਸਾਸੀ ਲਾਲ ਆਦਿਕ, ਤੇ ਜਿਹੜੇ ਭੜਕੀਲੇ ਰੰਗ ਨਾ ਉਹ ਖਾਲਸੇ ਨੂੰ, ਸਾਧ ਸੰਗਤ ਜੀ ਉਹਨਾਂ ਵਿੱਚ ਨਹੀਂ ਜਾਣਾ ਚਾਹੀਦਾ। ਜਿਹੜੇ ਭੜਕੀਲੇ ਆਦਿਕ ਦੇਖੀਦਾ ਹੈ, ਤੇ ਸਾਧ ਸੰਗਤ ਜੀ ਅੱਜ ਬਹੁਤ ਚੱਲਦਾ ਵੀ ਭੜਕੀਲੇ ਰੰਗ ਪਾ ਕਰਕੇ। ਨਹੀਂ ਸਾਧ ਸੰਗਤ ਜੀ, ਖਾਲਸੇ ਦੇ ਰੰਗ ਨਹੀਂ ਹੈ। ਖਾਲਸੇ ਦਾ ਚਾਰ ਰੰਗ ਨੇ। ਤੇ ਸਾਧ ਸੰਗਤ ਜੀ, ਨੀਲਾ ਹੈ, ਕੇਸਰੀ ਹੈ, ਤੇ ਚਿੱਟਾ ਤੇ ਕਾਲਾ। ਇਹ ਚਾਰ ਰੰਗਾਂ ਦੇ ਵਿੱਚ ਮਿਲਦੇ ਜੁਲਦੇ ਅਸੀਂ ਰੰਗ ਪਾ ਸਕਦੇ ਹਾਂ। ਹੋਰ ਜਿਹੜੇ ਕੁਸੁੰਭੇ ਰੰਗ ਦੇ ਲਾਲ ਤੇ ਹੋਰ ਜੇ ਭੜਕੀਲੇ ਜੇ ਰੰਗ, ਤੇ ਸਾਧ ਸੰਗਤ ਜੀ ਖਾਲਸੇ ਨੇ ਨਹੀਂ ਪਾਣੇ। ਫਿਰ ਇਹ ਵੀ ਨਾ ਹੋਵੇ ਦਿਨ ਦੇ ਅੰਦਰ ਅੱਖਾਂ ਦੇ ਵਿੱਚ ਸੁਰਮਾ ਪਾ ਕਰਕੇ, ਤੇ ਫਿਰ ਤੇ ਸਾਧ ਸੰਗਤ ਜੀ ਉਹ ਇਹ ਵੀ ਨਾ ਰਹੇ ਵੀ ਸੁਰਮਾ ਆਦਿਕ ਵੀ ਨਾ ਪਾਵੇ। ਤੇ ਕਛਹਿਰੇ ਤੋਂ ਬਿਨਾਂ ਨਹੀਂ ਰਹਿਣਾ, ਜਰਾ ਮਾਤਰ ਵੀ ਕਛਹਿਰਾ ਵਿਸਰਨਾ ਨਹੀਂ ਚਾਹੀਦਾ। ਤੇ ਰਾਤ ਨੂੰ ਸੌਣਾ ਵੀ ਨਹੀਂ। ਤੇ ਬਹੁਤਾ ਚਿਰ ਨਹੀਂ ਕਛਹਿਰੇ ਤੋਂ ਬਿਨਾਂ ਰਹਿਣਾ ਚਾਹੀਦਾ। ਤੇ ਸਾਧ ਸੰਗਤ ਜੀ, ਜਦੋਂ ਅਸੀਂ ਕਛਹਿਰਾ ਵੀ ਬਦਲਣਾ ਨਾ, ਇੱਕ ਪੌਂਚਾ ਕੱਢੇ ਤੇ ਉਸ ਪੌਂਚਾ ਕੱਢ ਕੇ ਗਿੱਲੇ ਕਛਹਿਰੇ ਦਾ ਪੌਂਚਾ ਕੱਢੇ, ਤੇ ਸਾਧ ਸੰਗਤ ਜੀ ਕੱਢ ਕਰਕੇ ਸੁੱਕੇ ਵਾਲਾ ਪੌਂਚਾ ਪਾਵੇ। ਫਿਰ ਸਾਧ ਸੰਗਤ ਜੀ ਦੂਜਾ ਪੌਂਚਾ ਗਿੱਲਾ ਕੱਢੇ, ਫਿਰ ਦੂਜਾ ਪੌਂਚਾ ਜਿਹੜਾ ਹੈ ਨਾ ਸੁੱਕੇ ਦਾ ਪਾਵੇ। ਤੇ ਇਸ ਤਰ੍ਹਾਂ ਮਰਿਆਦਾ ਰੱਖਣੀ ਹੈ। ਅੱਜ ਦੇਖੀਦਾ ਸਾਧ ਸੰਗਤ ਜੀ, ਪੰਜ ਪਿਆਰਿਆਂ ਨੇ ਵੀ ਆਪ ਜੀ ਨੂੰ ਦੱਸਿਆ ਹੋਵੇਗਾ ਮਰਿਆਦਾ ਦੇ ਅੰਦਰ। ਤੇ ਉਹ ਕਛਹਿਰਾ ਨੇ ਜਿਹੜਾ ਸਾਧ ਸੰਗਤ ਜੀ ਵਿਸਰਨਾ ਨਹੀਂ ਚਾਹੀਦਾ। ਤੇ ਫਿਰ ਜੇ ਵਿਸਰ ਜੇ, ਫਿਰ ਪੰਜ ਪਿਆਰਿਆਂ ਕੋਲ ਸਦਾਈ ਹੁੰਦੀ ਹੈ। ਤੇ ਸਾਧ ਸੰਗਤ ਜੀ, ਕਛਹਿਰੇ ਤੋਂ ਬਿਨਾਂ ਨਾ ਰਹੇ ਬਹੁਤਾ ਚੀਰਾ। ਫਿਰ ਇੱਕ ਛੱਡ ਕਰਕੇ ਦੂਜੀ
ਤੇ ਸਾਧ ਸੰਗ ਜੀ ਮੂਹਰੀ ਪਾਵੇ। ਸਿਮਰਨ ਸਤ ਨਾਮ ਕੋ ਧਰੈ ਤੇ ਸਦਾ ਹੀ ਪਰਮੇਸ਼ਰ ਦਾ ਸਿਮਰਨ ਕਰਦਾ ਰਹੇ। ਸੋਦਨ ਸਮੈ ਸੋਹਿਲਾ ਰਹਿ। ਤੇ ਸਾਧ ਸੰਗ ਜੀ ਸਵੇਰ ਵੱਲ 5 ਬਾਣੀਆਂ ਗੁਰਸਿੱਖ ਦੀਆਂ ਨਿਤਨੇਮ ਦੀਆਂ, ਤੇ ਫਿਰ ਮੂਲ ਮੰਤਰ ਗੁਰਮੰਤਰ ਕਰਦਾ ਰਹੇ। ਤੇ ਹੋਰ ਬਾਣੀ ਪੜ੍ਹੇ, ਸੁਖਨੀ ਸਾਹਿਬ, ਆਸਾ ਹੀ ਵਾਰ, ਸਹਿਜ ਪਾਠ ਦੀ ਬਾਣੀ ਪੜ੍ਹੇ, ਦਸਮ ਦੀ ਬਾਣੀ ਪੜ੍ਹੇ। ਬਾਣੀ ਪੜ੍ਹਦਾ ਹੀ ਰਹੇ, ਹਰ ਵੇਲੇ ਸਿਮਰਨ ਕਰਦਾ ਰਹੇ। ਫਿਰ ਜਦੋਂ ਸੰਧਿਆ ਦਾ ਸਮਾਂ ਆਉਂਦਾ, ਸ਼ਾਮ ਦਾ ਸਮਾਂ ਆਉਂਦਾ, ਫਿਰ ਸੋ ਦਾ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਕਰੇ। ਤੇ ਜਦੋਂ ਫਿਰ ਇਸ ਤਰ੍ਹਾਂ ਸੋਦਨ ਸਮੈ ਸੋਹਿਲਾ ਰਹਿ। ਫਿਰ ਜਦੋਂ ਇਸ ਤਰ੍ਹਾਂ ਦਿਨ ਬਤੀਤ ਹੋ ਗਿਆ, ਫਿਰ ਜਦੋਂ ਸੌਣ ਲੱਗਿਆ ਨਾ, ਜਦੋਂ ਪੈਣ ਲੱਗਿਆ, ਉਸ ਵੇਲੇ ਕੀਰਤਨ ਸੋਹਲਾ ਕਰੇ, ਕੀਰਤਨ ਸੋਹਲੇ ਦੀ ਬਾਣੀ ਪੜ੍ਹੇ। ਕਈ ਦੇਖੇ ਜੀ ਅਹਿਸਾਸ ਨਿਤਨੇਮ ਦਾ ਵੀ ਕਰ ਲੈਣਗੇ, ਪਰ ਜਦੋਂ ਸੌਣ ਲੱਗਦਾ ਨਾ, ਉਦੋਂ ਕੀਰਤਨ ਸੋਹਲਾ ਕਰਦਾ ਹੀ ਨਹੀਂ ਹੈ। ਕਿਉਂ ਨਹੀਂ ਕਰਦਾ? ਕਹਿੰਦਾ ਜੀ ਹੁਣ ਮੈਂ ਸੌਣ ਲੱਗਾ, ਗੁਟਕਾ ਸਾਹਿਬ ਤਾਂ ਦੂਰ ਪਿਆ। ਨਹੀਂ ਭਾਈ, ਬਾਣੀ ਦੇਖੋ, ਥੋੜ੍ਹੇ ਜਿਹੇ ਸ਼ਬਦ ਨੇ ਕੀਰਤਨ ਸੋਹਲੇ ਦੇ, 5-7 ਮਿੰਟ ਦੀ ਉਹ ਬਾਣੀ ਹੈ। ਤੇ ਇਸ ਨੂੰ ਜਦੋਂ ਅਸੀਂ ਕਰਾਂਗੇ ਨਾ, ਤੇ ਸਾਧ ਸੰਗਤ ਜਪਾ ਤੋਂ ਬਾਅਦ ਇਹਨੂੰ ਕੰਠ ਕਰੀਏ। ਫਿਰ ਕੰਠ ਕਰਕੇ ਤੇ ਸਾਧ ਸੰਗਤ ਜੀ ਫਿਰ ਕੀਰਤਨ ਸੋਹਲਾ ਕਰਕੇ ਹੀ ਸੌਣਾ ਚਾਹੀਦਾ ਹੈ। ਤੇ ਕੀਰਤਨ ਸੋਹਲੇ ਦੀ ਸਾਧ ਸੰਗਤ ਜੀ ਮਹਾਨਤਾ ਬਹੁਤ ਵੱਡੀ ਹੈ। 5 ਪਿਆਰਿਆਂ ਨੇ ਆਪ ਜੀ ਨੂੰ ਬੜੀ ਵਿਸਤਾਰ ਦੇ ਨਾਲ ਦੱਸਿਆ ਵੀ ਹੋਵੇਗਾ, ਜਿਹੜਾ ਕੀਰਤਨ ਸੋਹਲਾ ਕਰਨਾ ਕਿਸ ਤਰ੍ਹਾਂ ਹੈ। ਕਿਉਂਕਿ ਸਾਧ ਸੰਗਤ ਜੀ ਉਹ ਮਰਿਆਦਾ 5 ਪਿਆਰਿਆਂ ਕੋਲੋਂ ਜਿਹੜੇ ਅੰਮ੍ਰਿਤ ਭੁਲਾਖੀ ਨੇ, ਉਹਨਾਂ ਨੇ ਸੁਣੀ ਹੈ। ਤੇ ਸਾਧ ਸੰਗਤ ਜਿਹੜੇ ਅੰਮ੍ਰਿਤ ਛਕਿਆ ਨਾ, ਉਹਨਾਂ ਨੂੰ ਵੀ ਇਹ ਚੇਤੇ ਰੱਖਣਾ ਚਾਹੀਦਾ ਹਰ ਵੇਲੇ ਵੀ ਕੀਰਤਨ ਸੋਹਲੇ ਤੋਂ ਬਗੈਰ ਸਾਨੂੰ ਨਹੀਂ ਸੌਣਾ ਚਾਹੀਦਾ। ਤੇ 5 ਇਸ਼ਨਾਨਾ ਕਰੇ ਤੇ ਬੈਠ ਕਰਕੇ ਤੇ ਸਾਧ ਸੰਗਤ ਜੀ ਸਰਾਣੇ ਵੱਲ ਮੁੱਖ ਕਰਕੇ ਗੁਰੂ ਦੇ ਧਿਆਨ ਦੇ ਵਿੱਚ ਜੁੜ ਕਰਕੇ ਫਿਰ ਕੀਰਤਨ ਸੋਹਲੇ ਦੀ ਬਾਣੀ ਪੜ੍ਹੇ। ਤੇ ਕੀਰਤਨ ਸੋਹਲੇ ਤੋਂ ਬਗੈਰ ਸੌਣਾ ਨਹੀਂ। ਤੇ ਸਾਸੀ ਜਦੋਂ ਬਾਣੀ ਪੜ੍ਹ ਕੇ ਅਸੀਂ ਸਾਰਾ ਦਿਨ ਬਤੀਤ ਕਰਾਂਗੇ, ਬਾਣੀ ਪੜ੍ਹ ਕੇ ਕੀਰਤਨ ਸੋਹਲੇ ਦਾ ਪਾਠ ਕਰਕੇ ਰਾਤ ਨੂੰ ਸੌਵਾਂਗੇ ਨਾ, ਤੇ ਫਿਰ ਅਨੇਕਾਂ ਹੀ ਵਿਘਨ ਨਾਸ ਹੋ ਜਾਂਦੇ ਨੇ। ਆਖੋ ਸਤਿਨਾਮ। ਅਨੇਕਾਂ ਹੀ ਵਿਘਨ, ਅਨੇਕਾਂ ਹੀ ਦੁੱਖ, ਅਨੇਕਾਂ ਹੀ ਪਾਪ ਸਾਰੇ ਨਾਸ ਹੋ ਜਾਂਦੇ ਨੇ। ਤੇ ਜੇ ਕੀਰਤਨ ਸੋਹਲੇ ਦਾ ਨਿਤਨੇਮ ਕਰਕੇ ਪਾਵਾਂਗੇ ਨਾ, ਤੇ ਸਾਧ ਸੰਗਤ ਜੀ ਫਿਰ ਕਦੀ ਨਰਕਾਂ ਨੂੰ ਨਹੀਂ ਜਾਵਾਂਗੇ, ਕਦੀ ਮੌਤ ਵੀ ਨਹੀਂ ਆਵੇਗੀ। ਜਦੋਂ ਕੀਰਤਨ ਸੋਹਲਾ ਪੜਾਂਗੇ ਨਾ, ਤੇ ਜਦੋਂ ਪੜ੍ਹਦੇ ਆ ਨਾ, ਤੇ ਸਾਧ ਸੰਗਤ ਹੈ ਭਜਨ ਗੋਬਿੰਦ ਗੁਣ ਗਾਵੇ। ਮਹਾਰਾਜ ਕਹਿੰਦੇ ਨਾ ਹੋਣਾ ਨਾ ਛੁਟਾ ਨਿਕਟ ਨਾ ਜਾਈਓ ਦੂਤ। ਇਹ ਧਰਮ ਰਾਜੇ ਦੇ ਪ੍ਰਤੀ ਹੈ। ਕਹਿੰਦੇ ਜਿੱਥੇ ਕੀਰਤਨ ਸੋਹਲੇ ਦੀ ਬਾਣੀ ਹੋਵੇ, ਗੋਬਿੰਦ ਦਾ ਭਜਨ ਹੋਵੇ, ਜਿੱਥੇ ਫਿਰ ਹੇ ਜਮਦੂਤੋ ਨਾ ਤੂਣ ਹੈ ਛੁਟਾ ਨਿਕਟ ਨਾ ਜਾਈਏ ਦੂਤ। ਨਾ ਤੁਸੀਂ ਛੁੱਟ ਸਕਦੇ ਹੋ, ਨਾ ਹੀ ਮੈਂ ਛੁੱਟ ਸਕਦਾ ਹਾਂ। ਤੇ ਜਿੱਥੇ ਭਜਨ ਕਰਨ ਵਾਲੇ ਆ ਨਾ, ਉੱਥੇ ਤੁਸੀਂ ਬਿਲਕੁਲ ਨਹੀਂ ਜਾਣਾ। ਤੇ ਸਾਧ ਸੰਗਤ ਜੀ ਇਹ ਕੀਰਤਨ ਸੋਹਲੇ ਦਾ ਬਹੁਤ ਵੱਡਾ ਮਹਾਤਮ ਹੈ। ਸਦਾ ਧਰੈ ਸਤਿਗੁਰ ਕੀ ਆਸ। ਤੇ ਸਦਾ ਹੀ ਸਤਿ ਪਾਤਸ਼ਾਹ ਦੇ ਉੱਤੇ ਹੀ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਦਾ ਹੀ ਸਤਿਗੁਰ ਤੇ ਭਰੋਸਾ ਹੋਣਾ ਚਾਹੀਦਾ ਹੈ। ਆਸ ਸਦਾ ਹੀ ਗੁਰੂ ਦੇ ਉੱਤੇ ਰੱਖਣੀ ਹੈ। ਇਹ ਨਾ ਹੋਵੇ ਪਖੰਡੀ ਡੰਮਾਂ ਦੇ ਉੱਤੇ, ਜਾਂ ਫਿਰ ਸਾਧ ਸੰਗਤ ਜੀ ਦੇਖੀਦਾ ਬੜੇ ਤਰ੍ਹਾਂ ਦੀਆਂ ਮਟਾਂ ਮੜੀਆਂ ਬਣੀਆਂ ਨੇ ਤਾਗੇ ਤਵੀਤਾਂ ਦੇ ਆਦਿਕ ਦੇ ਉੱਤੇ। ਇਹ ਵਿਸ਼ਵਾਸ ਨਹੀਂ ਰੱਖਣਾ, ਸਦਾ ਹੀ ਗੁਰੂ ਦੇ ਉੱਤੇ ਵਿਸ਼ਵਾਸ ਰੱਖਣਾ ਹੈ। ਗੁਰ ਕੀ ਪਾਹੁਲ ਸਿੱਖ ਲੈ। ਤੇ ਗੁਰੂ ਦੀ ਪਹੁਲ ਲੈ ਕਰਕੇ ਨਾ, ਤੇ ਸਾਧ ਸੰਗਤ ਜੀ ਸਿੱਖ ਨੇ ਗ੍ਰੰਥ। ਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਕਮਾਵੇ। ਜਿਸ ਬੇੜੇ ਚੜ੍ਹ ਸੇਵ ਸੋ। ਤੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਕਮਾਵੇ। ਤੇ ਜਿਸ ਬੇੜੇ ਤੇ ਚੜ੍ਹ ਕਰਕੇ ਪੰਥ। ਤੇ ਸਾਧ ਸੰਗਤ ਜੀ ਗੁਰਸਿੱਖੀ ਮਾਰਗ ਦੇ ਅੱਜ ਜਹਾਜ਼ੇ ਚੜ੍ਹੇ ਆ ਨਾ, ਅੱਜ ਬੇੜੇ ਤੇ ਚੜ੍ਹ ਪਿਆ,
ਤੇ ਫਿਰ ਹੋਰ ਪੰਥਾਂ ਦੇ ਵਿੱਚ ਨਹੀਂ ਭਰਮਣ ਕਰਨਾ। ਇਹ ਨਹੀਂ ਕਰਨਾ ਵੀ ਕੱਚੇ ਪੀਲੇ ਗੁਰੂਆਂ ਦੇ ਕੋਲ ਜਾ ਕਰਕੇ ਖੜ ਜਾਣਾ। ਦੇਖੀਦਾ ਨਾ ਬੜਿਆਂ ਦੇ ਦਾੜਾ ਵੀ ਪ੍ਰਕਾਸ਼ ਹੁੰਦਾ ਹੈ, ਕਹਿੰਦੇ ਅਸੀਂ ਸਿੱਖੀ ਵੀ ਧਾਰਨਾ, ਗੁਰਸਿੱਖ ਵੀ ਆਪਣੇ ਆਪ ਨੂੰ ਕਹਾਉਂਦੇ ਨੇ। ਅਤੇ ਜਦੋਂ ਖੜਦੇ ਨਾ ਮੈਕ ਲੈ ਕਰਕੇ ਉਹਨਾਂ ਪਖੰਡੀਆਂ ਦੇ, ਅਤੇ ਉਹ ਨਾਲ ਉਹ ਕਹਿੰਦੇ ਨੇ ਵੀ ਇਹਨਾਂ ਦੇ ਰੋਗ ਠੀਕ ਹੋ ਗਏ। ਲਾਲੇ ਆਏ ਕਹਿਣਗੇ, ਦੱਸਣਗੇ ਵੀ ਇਹਨਾਂ ਨੇ ਪ੍ਰਾਰਥਨਾ ਕਰਾਈ ਅਤੇ ਇਹਨਾਂ ਨੇ ਆਹ ਕੀਤਾ ਅਤੇ ਇਹਨਾਂ ਦੇ ਰੋਗ ਠੀਕ ਹੋ ਗਏ। ਉਹ ਦੱਸਣਗੇ, ਅਤੇ ਕਿਉਂਕਿ ਸਾਧ ਸੰਗਤ ਜੀ ਉਹਨਾਂ ਨੂੰ ਵੇਖ ਕੇ ਫਿਰ ਹੋਰ ਵੀ ਜਾਣਗੇ। ਜਿਨ੍ਹਾਂ ਨੇ ਗੁਰੂ ਦੀ ਸਿੱਖੀ ਨੂੰ ਧਾਰਨ ਕਰ ਲਿਆ, ਜਿਹੜੇ ਗੁਰਸਿੱਖੀ ਜਹਾਜ਼ੇ ਚੜ੍ਹ ਗਏ, ਅਤੇ ਫਿਰ ਉਹ ਭਰਮ ਦੇ ਵਿੱਚ ਹੋਰਾਂ ਦੇ ਮਾਰਗ 'ਤੇ ਨਾ ਪਵੇ, ਪਖੰਡੀਆਂ ਦੇ ਰਾਹ 'ਤੇ ਨਾ ਚੱਲੇ। ਆਸਨ ਅਚ ਹੈ ਗੁਰਸਿੱਖ ਕੋ, ਤੇ ਗੁਰਸਿੱਖਾਂ ਨੂੰ ਹੀ ਭੋਜਨ ਪ੍ਰਸ਼ਾਦਾ ਛਕਾਵੇ। ਦੇ ਸਿੱਖ ਸੋਧ, ਤੇ ਜਦੋਂ ਆਪਣੀ ਲੜਕੀ ਦਾ ਵਿਆਹ ਕਰਨਾ ਹੋਵੇ ਨਾ ਗੁਰਸਿੱਖ ਨੇ, ਤੇ ਉਸ ਵੇਲੇ ਉਹ ਦੇਖੇ ਵੀ ਗੁਰਸਿੱਖ ਦੀ ਲੜਕੀ ਦਾ ਵਿਆਹ ਵੀ ਗੁਰਸਿੱਖ ਨਾਲ ਹੀ ਹੋਵੇ। ਇਹ ਨਾ ਹੋਵੇ ਰੋਡੇ ਭੋਡੇ ਘੋਣ ਮੋਹਜੇ ਨਾਲ ਹੋਵੇ। ਆਨਰੇ ਨਹਿਤ ਕਰ ਵੇਦ ਵਿਦ, ਤੇ ਸਾਧ ਸੰਗਤ ਦੱਸਣਾ ਚਾਹੀਦਾ ਹੈ ਗੁਰਸਿੱਖੀ ਲੜਕੀ ਦਾ ਵੀ ਵਿਆਹ ਜਿਹੜਾ ਨਾ ਗੁਰਸਿੱਖ ਦੇ ਨਾਲ ਹੀ ਹੋਵੇ। ਇਹ ਨਾ ਹੋਵੇ ਕਿਸੇ ਲਾਲਚ ਦੇ ਕਾਰਨ ਕਰਕੇ ਉਹਦਾ ਵਿਆਹ ਕਿਸੇ ਹੋਰ ਦੇ ਨਾਲ ਕਰ ਦੇਵੇ। ਨਹੀਂ ਭਾਈ, ਇਹ ਵਿਚਾਰਨਾ ਚਾਹੀਦਾ ਹਰ ਇੱਕ ਗੁਰਸਿੱਖ ਨੂੰ ਆਪਣੇ ਬੱਚੇ ਵਾਸਤੇ। ਤੇ ਸਾਧ ਸੰਗਤ ਜੀ ਅੰਨ ਦੁਆਰਾ ਪੜ੍ਹ ਆਨਰੇ ਨਹਿਤ ਕਰ ਵੇਦ ਵਿਦ, ਤੇ ਸਾਧ ਸੰਗਤ ਜੀ ਫਿਰ ਕਰਜ਼ਾ ਆਦਿਕ ਇਹ ਨਹੀਂ ਲੈਣਾ ਚਾਹੀਦਾ। ਤੇ ਫਿਰ ਇਸ ਤੋਂ ਵੇਦ ਜਿਹੜਾ ਗਿਆਨ ਆ ਨਾ, ਇਹ ਹਿਰਦੇ ਦੇ ਵਿੱਚ ਪ੍ਰਬੋਧ ਗ੍ਰੰਥਾਂ ਦਾ ਗਿਆਨ, ਤੇ ਇਸ ਤਰ੍ਹਾਂ ਗੁਰੂ ਦਾ ਗਿਆਨ ਹਿਰਦੇ ਦੇ ਵਿੱਚ ਰੱਖਣਾ ਚਾਹੀਦਾ ਹੈ। ਸੁਤ ਪਰ ਜੈ ਨਹਿ ਥਿਰ ਹੈ ਕੁਸੰਗਤ, ਤੇ ਆਪਣੇ ਧੀ ਪੁੱਤਰ ਨੂੰ ਨਾ ਛੋਟੀ ਅਵਸਥਾ 'ਤੇ ਰੋਕਣਾ ਚਾਹੀਦਾ ਹੈ ਵੀ ਕਿਸੇ ਨੂੰ ਕੁਸੰਗਤ ਵਿੱਚ ਨਹੀਂ ਜਾਣਾ ਚਾਹੀਦਾ। ਪਤਾ ਲੱਗ ਗਿਆ ਨਾ ਵੀ ਪੁੱਤਰ ਹੁਣ ਮੇਰਾ ਕੁਸੰਗਤ ਵਿੱਚ ਜਾਂਦਾ ਹੈ, ਉਹਨੂੰ ਰੋਕਣਾ ਚਾਹੀਦਾ ਹੈ, ਉਹਨੂੰ ਸਮਝਾਉਣਾ ਚਾਹੀਦਾ ਹੈ। ਜਿਮਤਰੀ ਕੋ ਰਖ ਬਰਜ ਕੁਪੰਗਤ, ਤੇ ਫਿਰ ਜੇ ਘਰ ਵਾਲੀ ਉਹ ਵੀ ਤੇ ਸਾਧ ਸੰਗਤ ਜੀ ਚੁਗਲੀ ਨਿੰਦੇ ਆਦਿਕ ਜੀ ਤਾਂ ਕਰਦੇ ਨਾ ਜੀ, ਇਕੱਠੀਆਂ ਜੀਆਂ ਹੋ ਕਰਕੇ ਤੇ ਕੁਸੰਗਤ ਦੇ ਵਿੱਚ ਤੇ ਜਾ ਕਰਕੇ ਇੱਕ ਦੂਜੇ ਦੀ ਚੁਗਲੀਆਂ ਵੱਢਣੀਆਂ। ਜੇ ਪਤਾ ਲੱਗ ਜੇ ਸਿੱਖ ਨੂੰ ਤੇ ਆਪਣੀ ਘਰ ਵਾਲੀ ਨੂੰ ਵੀ ਰੋਕਣਾ ਚਾਹੀਦਾ ਹੈ। ਗੁਰੂ ਮੰਤਰ ਕਉ ਨਿਸ ਦਿਨ ਰਰੈ, ਇਹ ਵੀ ਨਹੀਂ ਸਾਧ ਸੰਗਤ ਜੀ, ਘਰ ਵਾਲੀਆਂ ਨੂੰ ਵੀ ਚਾਹੀਦਾ ਵੀ ਜੇ ਪਤੀ ਕੁਸੰਗਤ ਕਰਨ ਲੱਗ ਪਿਆ ਨਾ ਤੇ ਉਹਨਾਂ ਨੂੰ ਵੀ ਰੋਕਣਾ ਚਾਹੀਦਾ। ਇੱਕ ਦੂਜੇ ਨੂੰ ਸਮਝਾਉਣਾ ਚਾਹੀਦਾ, ਕੁਸੰਗਤ ਦੇ ਵਿੱਚ ਨਹੀਂ ਜਾਣਾ ਦੇਣਾ ਚਾਹੀਦਾ। ਗੁਰੂ ਮੰਤਰ ਕਉ ਨਿਸ ਦਿਨ ਰਰੈ, ਗੁਰੂ ਦੇ ਮੰਤਰ ਨੂੰ ਰਾਤ ਦਿਨ ਸਦਾ ਹੀ ਜਪਣਾ ਚਾਹੀਦਾ ਹੈ। ਨਿਤ ਉੱਠ ਘਰ ਕੇ ਕਾਰਜ ਕਰੈ, ਫਿਰ ਜਪ ਕਰਕੇ ਸਦਾ ਹੀ ਜਦੋਂ ਕਾਰਜ ਵਿਹਾਰ ਕਰਨਾ ਨਾ ਉਦੋਂ ਵੀ ਸਿਮਰਨ ਹੀ ਕਰੇ। ਧਨ ਪੂਜਾ ਕਰ ਨਹਿ ਲਲਚਾਏ, ਫਿਰ ਧਨ ਜਿਹੜਾ ਨਾ ਪੂਜਾ ਦਾ ਧਨ, ਤੇ ਸਾਧ ਸੰਗਤ ਜੀ ਕਦੇ ਮਨ ਨੂੰ ਲਲਚਾਵੇ ਨਾ, ਕਦੇ ਲਾਲਚ ਨਾ ਕਰੇ। ਜਿਹੜਾ ਪੂਜਾ ਦਾ ਧਨ ਹੁੰਦਾ ਹੈ, ਨਿਤ ਕੜਾਹਾ ਚੱਕ ਲਗ ਖਾਏ, ਤੇ ਨਿਤ ਹੀ ਕੜਾਹ ਪ੍ਰਸ਼ਾਦ ਤੇ ਸਾਧ ਸੰਗਤ ਜੀ ਜਦੋਂ ਸੰਗਤ ਵਿੱਚ ਬਣਾਵੇ ਤੇ ਸੰਗਤ ਦੇ ਪੈਸੇ ਵੱਲ ਲਚਾਵੇ ਨਾ, ਤੇ ਜਦੋਂ ਕੜਾਹ ਪ੍ਰਸ਼ਾਦ ਬਣੇ ਤੇ ਉਦੋਂ ਫਿਰ ਵੰਡ ਕਰਕੇ ਜਾਂ ਫਿਰ ਲਾਲਚ ਨਹੀਂ ਕਰਨਾ ਚਾਹੀਦਾ। ਸੀਤ ਪ੍ਰਸਾਦ ਗੁਰਨ ਕੋ ਲੇ, ਤੇ ਸਾਧ ਸੰਗਤ ਜੀ ਫਿਰ ਉਹ ਜਿਹੜਾ ਪ੍ਰਸ਼ਾਦ ਹੈ ਨਾ ਰੰਚਕ ਥੋੜ੍ਹਾ ਜਿਹਾ, ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਸਾਰਾ ਹੀ ਲੈ ਲਵਾਂ। ਜਿੰਨਾ ਵੰਡਾ ਹੁੰਦਾ ਨਾ ਉਹ ਵੰਡੇ ਦੇ ਹਿਸਾਬ ਦੇ ਨਾਲ ਹੀ ਪ੍ਰਸ਼ਾਦ ਲੈਣਾ ਚਾਹੀਦਾ ਹੈ। ਸੀਤ ਪ੍ਰਸਾਦ ਗੁਰਨ ਕੋ ਲੇ, ਇਹ ਜਿਹੜਾ ਸੱਚੇ ਪਾਤਸ਼ਾਹ ਸੀਤ ਪ੍ਰਸਾਦ ਹੈ, ਜੋ ਅਰਦਾਸੀ ਪੰਡਤ ਦੇ, ਤੇ ਸਾਧ ਸੰਗਤ ਜੀ ਫਿਰ ਜਿਹੜਾ ਅਰਦਾਸੀਆ ਸਿੰਘ ਹੁੰਦਾ ਨਾ, ਗ੍ਰੰਥੀ ਸਿੰਘ ਹੁੰਦਾ ਹੈ, ਜਾਂ ਫਿਰ ਜਿਹੜਾ ਦੇਗ ਨੂੰ ਵੰਡਦਾ ਹੈ, ਜੋ ਪ੍ਰਸਾਦ ਕੋ ਬੰਟਨ ਕਰੈ, ਤੇ ਫਿਰ ਜਿਹੜਾ ਪ੍ਰਸਾਦ ਨੂੰ ਅਰਦਾਸ ਕਰਕੇ ਫਿਰ ਉਹ ਵੰਡ ਕਰਕੇ ਜਦੋਂ ਸੰਗਤ ਦੇ ਵਿੱਚ ਸਭ ਕੋ ਸਮ ਹੀ ਦੇਹਿਤ ਧਰੈ, ਫਿਰ ਉਹਨੂੰ ਬਰਾਬਰ ਹੀ ਰੱਖੇ। ਨਾ ਹੋਵੇ ਆ ਮੇਰਾ ਮਿੱਤਰ ਆ ਜੀ, ਇਹਨੂੰ ਮੈਂ ਜ਼ਿਆਦਾ ਦੇ ਦੇਵਾਂ, ਇਹ ਮੇਰੇ ਨਾਲ ਲੱਗਦਾ ਮੇਰਾ ਦੁਸ਼ਮਣ, ਮੈਨੂੰ ਘੱਟ ਦੇਵਾਂ। ਨਹੀਂ, ਇੱਕ ਬਰਾਬਰ ਹੀ ਸਮਝੇ, ਸਾਰਿਆਂ ਨੂੰ ਗੁਰੂ ਦੇ ਪਿਆਰੇ ਸਮਝ ਕਰਕੇ
ਇੱਕ ਬਰਾਬਰ ਹੀ ਵੰਡਾ ਦਵੇ। ਕਰੈ ਈਰਖਾ ਲੋਭ ਵਧਾਵੈ। ਤੇ ਸਾਧ ਜਿਹੜਾ ਈਰਖਾ ਕਰਕੇ ਲੋਭ ਵਧਾਉਂਦਾ ਹੈ, ਸੋ ਪ੍ਰਸਾਦ ਤਨ ਰੋਗ ਉਠਾਵੈ। ਫਿਰ ਉਹ ਜਿਹੜਾ ਪ੍ਰਸਾਦ ਉਹ ਈਰਖਾ ਕਰਦੇ ਨਾ, ਈਰਖਾ ਵੀ ਕਰਦੇ ਨੇ ਤੇ ਈਰਖਾ ਕਰਕੇ ਪ੍ਰੇਮ ਵਧਾ ਕਰਕੇ ਉਹ ਵੰਡਦੇ ਨੇ ਤੇ ਉਹ ਪ੍ਰਸਾਦ ਵੰਡਿਆ ਹੋਇਆ ਵੀ ਫਿਰ ਸਾਧ ਸੰਗਤ ਜੀ ਉਹ ਕਈ ਕਹਿੰਦੇ ਨੇ ਮੈਂ ਹੀ ਛਕ ਲਵਾਂ ਮੈਨੂੰ ਜ਼ਿਆਦਾ ਹਿੱਸਾ ਮਿਲੇ। ਨਹੀਂ ਭਾਈ, ਇਹ ਸੰਗਤ ਦੇ ਵੰਡੇ ਦੇ ਅਨੁਸਾਰ ਹੀ ਛਕਣਾ ਚਾਹੀਦਾ ਹੈ। ਜਿਹੜਾ ਲੋਭ ਕਰਦਾ, ਲਾਲਚ ਕਰਦਾ ਨਾ, ਫਿਰ ਉਹ ਰੋਗ ਹੀ ਵਧਾਉਂਦਾ ਹੈ। ਦਾਰਦ ਦੇਤ ਦੋਖ ਸੋ ਹੋਏ। ਸਮਾਂ ਤਾਂ ਬਹੁਤ ਹੋ ਗਿਆ ਨਾ ਤੇ ਦੁਆਰਾ ਦਾਰਦ ਦੇਤ ਦੋਖ ਸੋ ਕਿੱਥੇ ਹੋਏ। ਪੜ੍ਹਨਾ ਉਂਗਲੀ ਬੜੀ ਲੱਗੀ, ਉਂਗਲੀ ਰੱਖ ਲੈ ਕਿੱਥੇ ਪੜ੍ਹਨਾ। ਹਾਂਜੀ, ਦਾਰਿਦ ਤੇ ਸਾਧ ਸੰਗਤ ਜੀ ਦੇਖ ਕਰਕੇ ਨਾ, ਗਰੀਬੀ ਨੂੰ ਦੁੱਖ ਨੂੰ ਦੇਖ ਕਰਕੇ ਹੁਣ ਸਿੱਖ ਅਸਨ ਸੋ ਭੁਗਤੈ ਕੋਏ। ਤੇ ਫਿਰ ਉਹ ਸਿੱਖ ਜਿਹੜਾ ਨਾ ਛਕਾ ਕਰਕੇ ਤੈ ਨਾ ਛੋੜੈ ਥਿਰ ਜਿਸ ਥਾਏ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਜਿਹੜਾ ਸਿੱਖ ਆ ਨਾ ਉਹ ਛੱਡਣੇ ਨਾ। ਜਦੋਂ ਕੁਝ ਖਾਵੇ ਪੀਵੇ, ਭੋਜਨ ਪ੍ਰਸ਼ਾਦਾ ਛਕੇ ਤੇ ਉਹ ਸਿੱਖ ਭੋਜਨ ਨੂੰ ਛੱਡ ਕਰਕੇ ਨਾ ਜਾਵੇ। ਜੇ ਛੱਡ ਕਰਕੇ ਕਿਸੇ ਕਾਰਨ ਕਰਕੇ ਚਲੇ ਵੀ ਗਿਆ ਫਿਰ ਉਹ ਛਕੇ ਨਾ। ਜੇ ਤਜ ਉਠੈ ਮੋਹਰ ਨਾ ਖਾਏ। ਤੇ ਸਾਧ ਸੰਗਤ ਜੀ ਇੱਕ ਥਾਂ ਟਿਕ ਕਰਕੇ ਉਹ ਭੋਜਨ ਨੂੰ ਛਕੇ। ਜੇ ਉਹ ਕਿਸੇ ਕਾਰਨ ਕਰਕੇ ਉਹਨੂੰ ਉੱਠਣਾ ਵੀ ਪੈ ਗਿਆ ਫਿਰ ਉਹ ਛਕੇ ਨਾ। ਤੁਰਕ ਤੁਰਕਨੀ ਤੇ ਬਚ ਰਹੈ। ਤੇ ਤੁਰਕਾ ਤੇ ਤੁਰਕਣੀ ਤੋਂ ਸਦਾ ਬਚ ਕੇ ਰਹੇ। ਗੁਰ ਕੇ ਸਿੱਖ ਪਰ ਤਰਕ ਨਕ ਹੈ। ਪਰ ਗੁਰ ਦੇ ਸਿੱਖ ਦੇ ਉੱਤੇ ਤਰਕ ਨਹੀਂ ਕਰਨੀ ਤੇ ਸ਼ੰਕਾ ਨਹੀਂ ਕਰਨਾ, ਤਰਕਾ ਨਹੀਂ ਕਰਨੀਆਂ ਤੇ ਗੁਰ ਦੇ ਸਿੱਖ ਨੂੰ ਵੇਖ ਕਰਕੇ ਦੋਸ਼ ਨਹੀਂ ਦੇਣਾ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਚਾਰੋ ਵਰਨ ਬਨਹਿ ਗੁਰ ਭਾਈ। ਚਾਰ ਹੀ ਵਾਰਨ ਖੱਤਰੀ ਬ੍ਰਾਹਮਣ ਸੂਦ ਵੈਸ ਤੇ ਕੋਈ ਵੀ ਆ ਕਰਕੇ ਅੰਮ੍ਰਿਤ ਛਕੇ ਉਹ ਭਾਈ ਹੈ। ਸਾਦਰ ਭੋਜਨ ਖਾਏ ਖਵਾਈ। ਤੇ ਉਹਨਾਂ ਨੂੰ ਪ੍ਰੇਮ ਦੇ ਨਾਲ ਭੋਜਨ ਪ੍ਰਸ਼ਾਦਾ ਨਾਲ ਬਹਿ ਕੇ ਛਕੇ, ਭਾਵ ਕੋਲ ਬਹਿ ਕੇ ਇਕੱਠਾ ਹੀ ਵੰਡਾ ਛਕੇ। ਇਹ ਨਹੀਂ ਹੋਵੇ ਉਹਦੇ ਨਾਲ ਇੱਕ ਦੂਜੇ ਦਾ ਖਾਈ ਜਾਂਦੇ ਆ ਨਾ ਤੇ ਉਹ ਨਾ ਛਕੇ। ਦੇਖਣਗੇ ਬਾਣੀ ਕੋ ਤਜੈ। ਕਿਉਂਕਿ ਸਾਧ ਸੰਗਤ ਜੀ ਭਾਵੇਂ ਹੁਣ ਦੇਖੀਦਾ ਵੀ ਆਪੇ ਵੀ ਅੰਮ੍ਰਿਤਧਾਰੀ ਆ, ਉਹ ਕਹਿੰਦਾ ਮੈਂ ਵੀ ਅੰਮ੍ਰਿਤਧਾਰੀ ਹਾਂ, ਇਕੱਠੀ ਬਹਿ ਕੇ ਛਕ ਲੈਂਦੇ ਆ। ਨਹੀਂ ਭਾਈ, ਇਹ ਕੋਈ ਪਤਾ ਥੋੜ੍ਹੀ ਹੈ ਵੀ ਕਿਹਦੀ ਮਰਿਆਦਾ ਕਿਹਦੀ ਢਿੱਲੀ ਹੋ ਗਈ। ਨਹੀਂ ਭਾਈ, ਇਸ ਤਰ੍ਹਾਂ ਨਹੀਂ। ਹਾਂ, ਇਕੱਠੇ ਬਹਿ ਕੇ ਇੱਕ ਪੰਗਤ ਵਿੱਚ ਸੱਜ ਕਰਕੇ ਛਕ ਸਕਦੇ ਹਾਂ। ਤੇ ਮਹਾਰਾਜ ਕਹਿੰਦੇ ਫਿਰ ਬੈਠ ਕਰਕੇ ਛਕੇ। ਖਾਏ ਨਾਸਨ ਸੀਤਲਾ ਜਜੈ। ਤੇ ਭੇਖਣ ਕੀ ਬਾਣੀ, ਦੁਆਰਾ ਭੇਖਣ ਕੀ ਬਾਣੀ ਕੋ ਤਜੈ। ਤੇ ਭੇਖਾਂ ਦੀ ਬਾਣੀ ਜਿਹੜੇ ਹੋਰ ਦੀ ਬਾਣੀ ਹੈ, ਭੇਖ ਦਿਖਾਉਣ ਵਾਸਤੇ ਉਹ ਰਚੀ ਗਈ ਹੈ ਨਾ, ਤੇ ਉਹਨਾਂ ਦੀ ਬਾਣੀ ਨੂੰ ਛੱਡ ਦੇਣਾ ਚਾਹੀਦਾ ਹੈ। ਉਹਨਾਂ ਦੀ ਬਾਣੀ ਨਹੀਂ ਪੜ੍ਹਨੀ ਚਾਹੀਦੀ। ਖਾਏ ਨਾਸਨ ਸੀਤਲਾ ਜਜੈ। ਜਿਹੜੀ ਸੀਤਲਾ ਹੈ ਨਾ, ਕਹਿੰਦੇ ਮਾਈ ਨਿਕਲਦੀ ਹੈ ਸੀਤਲਾ, ਤੇ ਉਹਦਾ ਪ੍ਰਸ਼ਾਦ ਆਦਿਕ ਵੰਡਦੇ ਆ ਨਾ, ਤੇ ਗੁਰਸਿੱਖ ਨੇ ਉਹ ਨਹੀਂ ਖਾਣਾ। ਤੁਰਕ ਸੁਜਾਨਹਿ ਰੋਗ ਸੁਮਾਨੇ। ਤੇ ਸਾਧ ਸੰਗਤ ਜੀ ਤੁਰਕ ਜਿਹੜੇ ਨੇ ਉਹਨਾਂ ਤੁਰਕਾਂ ਦੇ ਬਰਾਬਰ ਸਮਝ ਕਰਕੇ, ਕਿਉਂਕਿ ਐਸੇ ਫਿਰ ਰੋਗ ਹੋ ਜਾਂਦੇ ਨੇ। ਅਜਹਿ ਨ ਕਲਮਾ ਅਸੁਨ ਬਖਾਨੇ। ਤੇ ਸਾਧ ਸੰਗਤ ਜੀ ਫਿਰ ਜਿਹੜੇ ਉਹ ਕਲਮਾ ਆਦਿਕ ਪੜ੍ਹਦੇ ਨਾ, ਦੇਖੀ ਦਾ ਜਿਹੜੀ ਪੀਰਾਂ ਦੇ ਜਾ ਕਰਕੇ ਭੋਜਨ ਛਕਦੇ ਨੇ, ਆ ਬੰਡਾ ਕੱਢਦੇ ਨੇ, ਆ ਛਕੋ ਜੀ, ਆ ਚੌਲ ਬਣਾਏ ਨੇ, ਕਈਆਂ ਦੀ ਸੇਵੀਆਂ ਬਣਦੀਆਂ ਨੇ, ਕਈਆਂ ਦਾ ਕੁਝ ਬਣਦਾ ਹੈ, ਕਈਆਂ ਦੇ ਗੁਲਗੇ ਕਚੋਰੀਆਂ ਬਣਦੇ ਨੇ। ਇਹ ਸਾਧ ਸੰਗਤ ਜੀ ਇਹ ਨਹੀਂ ਛਕਣਾ ਗੁਰਸਿੱਖ ਨੇ। ਤੇ ਸਦਾ ਹੀ ਤੇ ਸਾਧ ਸੰਗਤ ਜੀ ਕਲਮਾ ਆਦਿਕ ਪੜ੍ਹ ਕਰਕੇ ਜੋ ਬਣਾਉਂਦੇ ਆ ਨਾ, ਤੇ ਸਾਧ ਸੰਗਤ ਜੀ ਉਹ ਭੋਜਨ ਬਿਲਕੁਲ ਨਹੀਂ ਛਕਣਾ। ਜਿਨ ਕੋ ਤਿਆਗਤ ਬਿਲਮ ਨ ਲਾਵੈ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਉਹਨਾਂ ਨੂੰ ਛੱਡਣ ਲੱਗਿਆ ਇੱਕ ਦੇਰੀ ਨਾ ਲਾਵੇ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਸਮਾਂ ਤਾਂ ਬਹੁਤ ਹੋ ਚੁੱਕਾ ਹੈ, ਇੱਥੇ ਸਮਾਪਤੀ ਕਰੀਏ। ਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਬਹੁਤ ਮਰਿਆਦਾ ਦੱਸਦੇ ਨੇ, ਕਿਉਂਕਿ ਮਹਾਰਾਜ ਇਸ ਮਰਿਆਦਾ ਨੂੰ ਦ੍ਰਿੜ ਕਰਾ ਰਹੇ ਨੇ ਭਾਈ ਗੁਰਸਿੱਖ ਦੀ ਕੈਸੀ ਮਰਿਆਦਾ ਹੋਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਸਾਡੇ 'ਤੇ ਬਖਸ਼ਿਸ਼ ਕਰ ਰਹੇ ਨੇ ਭਾਈ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਨਾ, ਤੇ ਉਹਨਾਂ ਨੂੰ ਬਹੁਤ 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 ਵਧਾਈ ਹੈ ਭਾਈ। ਉਹਨਾਂ ਨੇ ਮਰਿਆਦਾ ਨੂੰ ਦ੍ਰਿੜ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਕਮਾਉਣਾ ਚਾਹੀਦਾ ਹੈ। ਜਿਨ੍ਹਾਂ ਨੇ ਭਾਈ ਅੰਮ੍ਰਿਤ ਛਕਿਆ ਹੋਇਆ ਹੈ
ਤੇ ਉਹਨਾਂ ਨੂੰ ਵੀ ਭਾਈ ਇਹ ਦ੍ਰਿੜ ਮਰਿਆਦਾ ਕਰਨੀ ਚਾਹੀਦੀ ਹੈ। ਜੀਵਨ ਦੇ ਵਿੱਚ ਢਿੱਲ ਮੱਸ ਨਹੀਂ ਕਰਨੀ ਚਾਹੀਦੀ, ਮਰਿਆਦਾ ਤੇ ਸਦਾ ਹੀ ਪਹਿਰਾ ਦੇਣਾ ਚਾਹੀਦਾ ਹੈ। ਤੇ ਸਾਧ ਸੰਜੀ ਮਰਿਆਦਾ ਕਲਗੀਧਰ ਪਾਤਸ਼ਾਹ ਆਪਣੀ ਸੰਗਤ ਦੇ ਅੰਦਰ ਤੇ ਆਪਣੇ ਗੁਰਸਿੱਖਾਂ ਦੇ ਖਾਲਸੇ ਨੂੰ ਦੱਸਦੇ ਨੇ। ਤੇ ਸਾਧ ਸੰਜੀ ਇਸ ਮਰਿਆਦਾ ਦੇ ਵਿੱਚ ਰਹਿ ਕਰਕੇ ਜਿਹੜਾ ਜੀਵਨ ਬਤੀਤ ਕਰਦਾ ਨਾ, ਉਹ ਕਦੀ ਨੁਕਤੇਚੀਨੀ ਨਹੀਂ ਕਰਦਾ। ਇਸ ਕਰਕੇ ਭਾਈ ਇਹ ਜੀਵਨ ਦੇ ਸਦਾ ਪਹਿਰਾ ਦੇਣਾ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਤੇ ਸਾਧ ਸਵੇਰ ਦਾ ਦੀਵਾਨ ਲੱਗੇਗਾ, ਸ੍ਰੀ ਜਪਜੀ ਸਾਹਿਬ ਜੀ ਦੀ ਜਿਹੜੀ ਸੰਥਿਆ ਨਾ, ਤੇ ਸਾਧ ਸੰਜੀ ਜਪਜੀ ਸਾਹਿਬ ਦੇ ਸਵੇਰ ਭੋਗ ਪੈਣਗੇ। ਆਪ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਸਾਹਿਬ ਜੀ ਬਖਸ਼ ਲੈਣ ਸਾਨੂੰ ਵੀ ਦ੍ਰਿੜ ਸਿੱਖੀ ਮਰਿਆਦਾ ਦੇ ਵਿੱਚ। ਮਹਾਰਾਜ ਕਹਿੰਦੇ ਨਾ, ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਰਿਆਦਾ ਰੱਖਦਾ ਨਾ ਉਹ ਹੀ ਸਿੱਖ ਹੈ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਲਾ। ਰਹਿਤ ਬਿਨਾ ਸਿੱਖ ਨਾ ਕਹਾਵੇ, ਰਹਿਤ ਬਿਨਾ ਦਰ ਝੋਟਾ ਖਾਵੇ। ਇਹ ਸਾਧ ਸੰਗਤ ਜੀ ਰਹਿਤ ਤੋਂ ਬਿਨਾ ਸਿੱਖ ਦਰ ਦਰ ਭਗਤਦਾ ਫਿਰਦਾ ਹੈ, ਸਦਾ ਹੀ ਦੁਖੀ ਰਹਿੰਦਾ ਹੈ। ਇਸ ਕਰਕੇ ਸਿੱਖ ਜਿਹੜਾ ਨਾ ਉਹ ਰਹਿਤ ਵਹਿਤ ਦੇ ਵਿੱਚ ਪ੍ਰਵੱਕ ਰਹੇ ਤੇ ਸਿੱਖੀ ਨੂੰ ਕਮਾਵੇ, ਰਹਿਤ ਨੂੰ ਕਮਾਵੇ। ਇੰਨੀਆਂ ਸਾਧ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਦਾ ਵੀ, ਜਸਵਿੰਦਰ ਸਿੰਘ ਦਾ ਵੀ ਧੰਨਵਾਦ। ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ एक बात सिमरिया कामों दिया बताए सब कहीं बसाए। दसवें पातशाह श्री गुरु गोबिंद सिंह साहब जी सब कहीं बसाए। दसों पातशाहियों की जोत श्री गुरु ग्रंथ साहब जी के पाठ दर्शन करता ध्यान करके खालसा जी गुरु जी। पंजा प्यारियां कहा साहब जादियां चालियां मुक्तियां हटिया जटियां कतियां जिन्हों ने नाम जपिया पढ़ के सकिया देख जलाई देख गवाई देखिया डिट कीता। इन्हां प्यारियां सत्यारियां दी कमाई दा ध्यान करके खालसा जी गुरु जी। जिन्हां सिंघां सिंघड़ियां ने धर्म देत सीस दिते मर्द मर्द कटाए। उपरियां लवाइयां चरखड़ियां ते चढ़े तन हारियां नाल जराए। गुरुद्वारियां दी सेवा दी कुर्बानियां कीतियां धर्म नहीं हारिया। सिक्की केसां वासा ना निभाई। जिन्हां दी कमाई दा ध्यान करके खालसा जी गुरु जी। पंजा तख्तां सरबत गुरुद्वारियां दा ध्यान करके गुरु जी। दसवें सरबत खालसा जी की अरदास है जी। सरबत खालसा जी को वाहेगुरू वाहेगुरू वाहेगुरू। नाम जिते आवे जिते आपका सदका सब सुख होवे। जहाँ जहाँ खालसा जी साहिब कहाँ कहाँ रचया रियायत। देख देख फतेह तख्त की फैज पंथ की जीत श्री साहब जी सहाय। खालसे जी के बोल वाले गुरु जी। सिखा नो सिखी दान केसदान रहतदान सदेकदान सावदान भरोसा दान दाना सरदान नाम दान। श्री अमृतसर साहब जी के दर्शन स्नान। चौकियां झंडे गुंगे जुगो जुगिया कल। धर्म का जयकार खालसा जी गुरु जी। सिखा का मन नीवा मत जी मत पग दे राखे आप वाहिगुरू जीओ। हे अकाल पुरख जानी धन धन श्री गुरु नानक देव जी महाराज। धन धन श्री गुरु गोबिंद सिंह जी महाराज। धन धन श्री गुरु ग्रंथ साहब जी महाराज। आप जियां दे पावन चरनां विच अरदास बेनती
ਚੌਧਰੀ ਹੈ ਜੀ। ਆਪ ਜੀਆਂ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੇ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਸੋਦਰ ਰਹਿਰਾ ਸਾਹਿਬ ਜੀਆਂ ਦੇ ਪਾਠ ਹੋਏ। ਉਪਰੰਤ ਆਪ ਜੀਆਂ ਦੀ ਪਾਵਨ ਬਾਣੀ ਦੇ ਇਤਿਹਾਸ ਦੀਆਂ ਵਿਚਾਰਾਂ ਹੋਈਆਂ। ਇਤਿਹਾਸ ਦੀ ਕਥਾ ਆਪ ਜੀਆਂ ਦੀ ਪਾਵਨ ਬਾਣੀ ਦੇ ਜਾਪ ਕਰਦਿਆਂ ਸਮੁੱਚੀ ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਮਾਫ ਕਰਨੀਆਂ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਬਾਣੀ ਪੜ੍ਹੀ ਸੁਣੀ ਦਾ ਭਾਵ, ਕਥਾ ਦਾ ਭਾਵ ਦਰ 'ਤੇ ਆਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਜੀ। ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨੇ। ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਜੀ। ਆਪਣੇ ਦਰੋਂ ਘਰੋਂ ਨਾਮ ਦਾਨ, ਸਿੱਖੀ ਦਾਨ, ਭਰੋਸਾ ਦਾਨ ਬਖਸ਼ਿਸ਼ ਕਰਨਾ ਜੀ। ਖੁੱਲੇ ਭੰਡਾਰੇ ਬਖਸ਼ਿਸ਼ ਕਰਨੇ। ਮਹਾਰਾਜ ਜੀਓ ਕਿਰਪਾ ਕਰੋ ਜੀ। ਪਾਵਨ ਹੁਕਮਨਾਮੇ ਬਖਸ਼ ਕੇ ਆਈਆਂ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੰਤਾਵੇ। ਨਾਨਕ ਨਾਮ ਚੜ੍ਹਦੀ ਕਲਾ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਕਰੇ ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ। ਪਰਮਿਟ ਕੁਰਾਨ ਕੀ ਜੋ ਪ੍ਰਭ ਕੋ ਮਿਲ ਬੋਝ ਹੈ। ਬੋਝ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਬਾਕੀ ਰਹਿ ਨਾ ਹੋਏ। ਪਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇ ਮੰਦੇ ਗੁਰ ਪਾਰ ਉਤਾਰਨ। ਬੋਲੇ ਸੋ ਪਿਆਰ। ਵਾਹਿਗੁਰੂ ਜੀ ਕਾ ਖਾਲਸਾ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ ਅੰਦਰ ਸੱਚਾ ਨੇਮੋ। ਦਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ। ਜਾ ਗੁਰ ਦੇਖਾ ਸਾਹਮਣੇ। ਸੋਰਠ ਮਹੱਲਾ ਪੰਜਵਾ। ਪਾਰ ਬ੍ਰਹਮ ਨਿਬਾਹੀ ਪੂਰੀ। ਸਾਰੀ ਬਾਤ ਨਾ ਰਹੀਆ ਪੂਰੀ। ਪਾਰ ਬ੍ਰਹਮ
ਇਹੋ ਪੂਰਨ ਬਿਮਲ ਵਿਚਾਰਾ